या तो एमसी डिजोल्व हो जाए, इत्थे एमसी की जरूरत ही नहीं है। जे एमसी चले तो पूरी ईमानदारी नाल चले। बिना पाप किते नरक देखना होवे तो चंडीगढ़ के किसी पिंड जाके देख लो, तुसीं नरक देख लोगे बिना पाप किते। कित्थे 11 सैक्टर वर्गा पोस्ट सैक्टर 9 सैक्टर पोस्ट सैक्टर ਉਹਦੇ ਨਾਲੇ ਪਿੰਡ ਬੈਠਾ ਉਹ ਨਰਕ। ਡੰਪਿੰਗ ਗਰਾਊਂਡ ਇਹਦਾ ਕੀ ਹੱਲ ਕੱਢੋ, ਇਹਦੇ ਪ੍ਰਤੀ ਤੁਹਾਡੀ ਕੋਲੇ ਕੋਈ ਯੋਜਨਾ ਹੈ? ਕਿਉਂਕਿ ਬਹੁਤ ਵੱਡਾ ਮੁੱਦਾ। ਸਭ ਤੋਂ ਵੱਡਾ ਤਾਂ ਦੇਖੋ ਡੰਪਿੰਗ ਗਰਾਊਂਡ ਤੇ ਸਭ ਤੋਂ ਵੱਡੀ ਮੈਨੂੰ ਬਹੁਤ ਵੱਡੀ ਇਰੀਟੇਸ਼ਨ ਹੁੰਦੀ ਹੈ ਕਿ ਇਸੇ ਡੰਪਿੰਗ ਗਰਾਊਂਡ ਤੋਂ ਕਰੋੜਾਂ ਰੁਪਏ ਦੀ ਇਨਕਮ ਹੋ ਸਕਦੀ ਹੈ। ਬਿਨਾਂ ਅੱਗੇ ਦਾ ਸੋਚੇ ਫੈਸਲੇ ਲੈਂਦੇ, ਸੋਚ ਹੈ ਹੀ ਨਹੀਂ ਨਾ। ਨਹੀਂ, ਜਿਹੜੇ ਲੋਕ ਪ੍ਰਤੀਨਿਧ ਨੇ ਕਾਹਦੇ ਵਾਸਤੇ? ਜਦੋਂ ਕੋਵਿਡ ਦੀ ਬਿਲਕੁਲ ਟੋਟਲ ਵੇਵ ਆ ਗਈ, ਉਸ ਵਕਤ ਤੁਹਾਡਾ ਪ੍ਰਾਈਮ ਮਿਨਿਸਟਰ ਜਾਂ ਤੁਹਾਡੇ ਹੋਮ ਮਿਨਿਸਟਰ ਜਾਂ ਤੁਹਾਡੇ ਮਮਤਾ ਜੀ 1-1 ਲੱਖ ਲੋਕਾਂ ਦੀ ਰੈਲੀਆਂ ਕਰ ਰਹੇ ਨੇ। ਮਗਰ ਇਟ ਇਜ਼ ਨਿਊ ਸੈਂਸ। ਤੁਸੀਂ ਯਾਰ ਇਲੈਕਸ਼ਨ ਨੂੰ 2 ਸਾਲ ਵਾਸਤੇ ਪੋਸਟਪੋਨ ਕਰ 2 ਸਾਲ ਵਾਸਤੇ ਕਿਹੜੇ ਆਫਤ ਆ ਗਈ? ਮਮਤਾ ਜੀ ਚੀਫ ਮਿਨਿਸਟਰ ਵੈਸੇ ਹੀ ਹੁਣ ਵੀ ਤਾਂ ਬਣੀ ਗਈ ਨਾ। ਜੇ 1 ਸਾਲ ਹੋਰ ਚੀਫ ਮਿਨਿਸਟਰ ਦੀ ਕਿਹੜੀ ਆਫਤ ਆ ਜਾਂਦੀ? ਜੇ ਕੋਵਿਡ ਹੈ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ ਬੀਜੇਪੀ 1 ਸਾਲ ਹੋਰ ਰੂਲ ਕਰ ਲੈਂਦੀ ਹੈ ਐਮਸੀ, ਜਿੰਨਾ ਕੁ ਪਹਿਲਾਂ ਗੰਦ ਪੈ ਗਿਆ 1 ਸਾਲ 'ਚ ਹੋਰ ਗੰਦ ਪੈ ਜਾਊਗਾ, ਕੀ ਫਰਕ ਪੈ ਜਾਊ? ਹੁਣ ਲੋਕ ਦਿੱਲੀ ਦੇ ਦੋਸ਼ ਦੇ ਰਹੇ ਕਿ ਕੇਜਰੀਵਾਲ ਨੇ ਇਹ ਕਰਤਾ ਉਹ ਕਰਤਾ। ਕੱਲ੍ਹ ਦਿੱਲੀ ਹਾਈ ਕੋਰਟ ਨੇ ਕਿੰਨੀ ਬੜੀ ਲਿਤਾੜ ਲਗਾਈ ਹੈ ਸੈਂਟਰ ਨੂੰ ਕਿ ਤੁਸੀਂ ਯਾਰ 500-600 ਟਨ ਆਕਸੀਜਨ ਵੀ ਦੇਣ ਦੀ ਦੇ ਸਕਦੇ। ਆਕਸੀਜਨ ਤਾਂ ਦੇਣਾ ਸੈਂਟਰ ਦਾ ਫਰਜ਼ ਹੈ ਨਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਆਰ ਐਸ ਲਿਬਰੇਟ। ਚੰਡੀਗੜ੍ਹ ਦਾ ਚੁਣਾਵੀ ਸਾਲ ਹੈ। ਸਾਰੀਆਂ ਸਿਆਸੀ ਧਿਰਾਂ ਆਪਣੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਲੁਭਾਉਣ ਲਈ ਰੈਡੀ ਹੋ ਰਹੀਆਂ ਨੇ। ਦਸੰਬਰ ਦੇ ਵਿੱਚ ਚੋਣਾਂ ਨੇ, ਇਸ ਲਈ ਰਵਾਇਤੀ ਪਾਰਟੀਆਂ ਤੋਂ ਇਲਾਵਾ ਨਵੀਂ ਪਾਰਟੀ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਈ ਹੈ, ਆਮ ਆਦਮੀ ਪਾਰਟੀ, ਜਿਸ ਨੇ ਲੋਕਾਂ ਦੇ ਵਿੱਚ ਨਵੇਂ ਸਵਾਲ ਪੈਦਾ ਕੀਤੇ ਨੇ ਅਤੇ ਰਵਾਇਤੀ ਪਾਰਟੀਆਂ ਦੇ ਵੱਡੇ ਲੀਡਰ ਤੋੜ ਕੇ ਆਪਣੇ 'ਚ ਸ਼ਾਮਿਲ ਕਰ ਲਏ। ਉਹਨਾਂ 'ਚੋਂ ਜੇ ਆਪਾਂ ਜ਼ਿਕਰ ਕਰੀਏ ਤਾਂ ਖਾਸ ਉਹਦੇ ਲੀਡਰ ਜਿਹੜੇ ਕਾਂਗਰਸ 'ਚ ਰਹੇ ਨੇ, ਉਹ ਚੁਣਾਵੀ ਰਣਨੀਤੀ ਬਣਾਉਣਗੇ ਇਹਦੀ। ਪਰ ਸਾਡੇ ਨਾਲ ਹੁਣ ਆਮ ਆਦਮੀ ਪਾਰਟੀ ਦੇ ਸ਼੍ਰੀ ਪ੍ਰੇਮ ਕੁਮਾਰ ਗਰਗ ਨਾਲ ਨੇ, ਕਨਵੀਨਰ ਨੇ ਚੰਡੀਗੜ੍ਹ ਤੋਂ। ਉਹ ਦੱਸਣਗੇ ਕਿ ਇਹਨਾਂ ਚੁਣਾਵੀ ਸਾਲ ਨੂੰ ਉਹ ਕਿਵੇਂ ਦੇਖਦੇ ਨੇ ਅਤੇ ਲੋਕਾਂ ਨੂੰ ਆਪਦੀ ਮੌਜੂਦਗੀ ਕਿਵੇਂ ਦਰਜ ਕਰਨਗੇ। ਗਰਗ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੱਸੋ, ਚੁਣਾਵੀ ਸਾਲ ਦੇ ਵਿੱਚ ਚੰਡੀਗੜ੍ਹ ਲਈ ਤੁਸੀਂ ਲੋਕਾਂ ਲਈ ਨਵੇਂ ਏਜੰਡੇ ਕੀ ਲੈ ਕੇ ਆਓਗੇ? ਆਮ ਆਦਮੀ ਪਾਰਟੀ ਦਾ ਇੱਕੋ ਹੀ ਏਜੰਡਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਰਾਜਨੀਤੀ ਨਹੀਂ ਕਰਦੀ, ਰਾਜਨੀਤੀ ਨੂੰ ਬਦਲਣ ਵਾਸਤੇ ਆਈ ਹੈ। ਇੱਥੇ ਅਸੀਂ ਇੱਕ ਨਵਾਂ ਪਰਸਪੈਕਟਿਵ ਲੈ ਕੇ ਆ ਰਹੇ ਹਾਂ ਬੇਸਿਕਲੀ ਕਿ ਜਿਹੜੇ ਸਾਡੇ ਕੈਂਡੀਡੇਟ ਹੋਣਗੇ 35 ਦੇ 35 ਕੈਂਡੀਡੇਟ, ਅਗਰ ਅਸੀਂ ਉਹਨਾਂ ਦੀ ਸਰਚ ਕਰ ਰਹੇ ਹਾਂ, ਉਹ ਬਿਲਕੁਲ ਇੱਕ ਇਮਾਨਦਾਰ ਛਵੀ ਵਾਲੇ ਲੋਕ ਹੋਣ। ਮੇਰਾ ਜਿਹੜਾ ਮੇਨ ਏਜੰਡਾ ਹੈਗਾ ਚੰਡੀਗੜ੍ਹ 'ਚ, ਕਿਉਂਕਿ ਦੇਖੋ ਕੋਈ ਵੀ ਜੇ ਨੇਤਾ ਚੁਣ ਕੇ ਆ ਜਾਏਗਾ, ਉਹਦੇ ਨਾਲ ਕੀ ਹੋਏਗਾ, ਉਹ ਕੱਲ੍ਹ ਨੂੰ ਫਿਰ ਆਮ ਰਵਾਇਤੀ ਪਾਰਟੀ ਦੀ ਤਰ੍ਹਾਂ ਚੱਲ ਪੜੇਗਾ, ਉਹਦਾ ਕੋਈ ਫਾਇਦਾ ਨਹੀਂ ਹੈ ਜੀ। ਅਸੀਂ ਇਹ ਚਾਹੁੰਦੇ ਕਿ ਇਹੋ ਜਿਹੇ ਅਸੀਂ ਹੀਰੇ ਲੱਭੀਏ, ਇਹੋ ਜਿਹੇ ਅੱਛੇ ਲੋਕ ਲੱਭੇ ਜਿਹੜੇ ਕਿ ਮਿਊਨਿਸਪਲ ਕਾਰਪੋਰੇਸ਼ਨ ਚਾਹਣ ਤੋਂ ਬਾਅਦ ਇਹ ਨਾ ਹੋਵੇ ਕੱਲ੍ਹ ਨੂੰ ਪਤਾ ਲੱਗੇ ਕਿ ਜੋ ਤਾਂ ਜੀ ਕਿਸੇ ਕਮਿਸ਼ਨ ਖਾਈ ਜਾ ਰਹੇ ਨੇ ਕਿਸੇ ਕੰਟਰੈਕਟਰ ਕੋਲੋਂ ਜਾਂ ਆਪਣੇ ਏਜੰਡਾ ਲੈ ਕੇ ਚੱਲੀ ਜਾ ਰਹੇ ਨੇ। ਆਈ ਡੋਂਟ ਵਾਂਟ, ਮਗਰ ਮੈਂ ਇਹ ਚੀਜ਼ ਬਿਲਕੁਲ ਵੀ ਨਹੀਂ ਚਾਹੁੰਦਾ। ਸਾਡੀ ਪਾਰਟੀ ਚਾਹੇ 1 ਸੀਟ ਆਵੇ ਚਾਹੇ 35 ਆਉਣ, ਲੇਕਿਨ ਅਸੀਂ ਜਿਹੜਾ ਚੰਡੀਗੜ੍ਹ ਤੋਂ ਕੋਈ ਵੀ ਨੁਮਾਇੰਦਾ ਆਵੇ ਜੀ, ਉਹ ਬਿਲਕੁਲ 100% ਓਨੈਸਟ ਹੋਵੇ। ਕਿਉਂਕਿ 99% ਓਨੈਸਟ ਨਹੀਂ ਚਾਹੀਦਾ, ਮੈਨੂੰ 100% ਓਨੈਸਟ ਬੰਦਾ ਚਾਹੀਦਾ। ਜਿਵੇਂ ਤੁਸੀਂ ਦੇਖੋਗੇ ਦਿੱਲੀ 'ਚ ਪਹਿਲਾਂ 67 MLA ਸੀਗੇ, ਹੁਣ 62 MLA ਗਏ, ਕਿਸੇ 'ਤੇ ਵੀ ਐਲੀਗੇਸ਼ਨ ਕਰਪਸ਼ਨ ਦਾ ਨਹੀਂ ਲੱਗਿਆ। ਤੁਸੀਂ ਲੜਾਈ ਝਗੜੇ ਦਾ ਲੱਗ ਗਏ, ਕੁਛ ਹੋਰ ਲੱਗੇ, ਉਹ ਅਲੱਗ ਗੱਲ ਹੈ, ਲੇਕਿਨ ਕਰਪਸ਼ਨ ਦਾ ਐਲੀਗੇਸ਼ਨ ਮੇਰੇ ਖਿਆਲ 'ਚ ਕਿਸੇ ਵੀ ਸਾਡੇ MLA 'ਤੇ ਕਿਤੇ ਵੀ ਨਹੀਂ ਲੱਗਿਆ। ਯਾਨੀ ਕਿ ਮੰਨਿਆ ਜਾਵੇ ਕਿ ਤੁਹਾਡੇ ਜਿਹੜੇ ਉਮੀਦਵਾਰ ਹੋਣਗੇ ਭ੍ਰਿਸ਼ਟਾਚਾਰ ਮੁਕਤ ਕਾਰਪੋਰੇਸ਼ਨ, ਭ੍ਰਿਸ਼ਟਾਚਾਰ ਮੁਕਤ ਕਾਰਪੋਰੇਸ਼ਨ ਸਾਡਾ ਏਜੰਡਾ ਇੱਕ ਹੈ ਜੀ, ਕਿ ਜਾਂ ਤਾਂ ਐਮਸੀ ਡਿਜੋਲਵ ਹੋ ਜਾਏ, ਇੱਥੇ ਐਮਸੀ ਦੀ ਜ਼ਰੂਰਤ ਹੀ ਨਹੀਂ ਹੈ ਜੀ। ਜੇ ਐਮਸੀ ਚੱਲੇ ਤਾਂ ਪੂਰੀ ਇਮਾਨਦਾਰੀ ਨਾਲ ਚੱਲੇ, ਕਿਉਂਕਿ ਇੱਥੇ 90% ਜਾਂ 80% ਪੈਸਾ ਜਿਹੜਾ ਹੈਗਾ ਉਹ ਸਿਰਫ ਵੇਸਟ ਜਾ ਰਿਹਾ ਸੈਲਰੀ ਨੂੰ ਛੱਡ ਕੇ। ਬਾਕੀ ਜਿਹੜਾ ਪੈਸਾ ਖਰਚ ਹੋ ਰਿਹਾ ਜੀ, ਤੁਸੀਂ ਦੇਖਿਆ ਹੋਊਗਾ ਹੁਣ ਚੰਡੀਗੜ੍ਹ ਟੈਲਾਂ ਪੇਪਰ 'ਚ ਲੱਗੀ ਜਾ ਰਹੇ ਨੇ, ਉਹ ਉਤਾਰ ਦਿੰਦੇ ਨੇ, ਸਾਲ ਬਾਅਦ ਫਿਰ ਦੂਸਰੇ ਲਗਾ ਜਾਂਦੇ ਨੇ। ਜਾਂ ਜਿੱਥੇ ਖਾਲੀ ਘਾਹ ਵਾਲੀ ਜਗ੍ਹਾ ਸੀ, ਅੱਛੀ ਜਗ੍ਹਾ ਸੀਗੀ, ਉੱਥੇ ਤੁਸੀਂ ਕੋਈ ਪੇਪਰ ਲੱਗੀ ਜਾ ਰਹੇ ਨੇ, ਠੀਕ ਹੈ, ਉਹ ਪੈਸੇ ਦੀ ਵੇਸਟੇਜ ਹੋ ਰਹੀ ਹੈ। ਜਾਂ ਰੋਡ ਕਾਰਪੇਟਿੰਗ ਦਾ 60 ਕਰੋੜ ਦਾ ਹਰ ਸਾਲ ਦਾ ਬਜਟ ਹੈਗਾ। ਮੈਂ ਕਿੰਨੇ ਵਾਰੀ ਲਿਖਦਾ ਕਿ ਵੀ ਤੁਸੀਂ ਹੁਣ 13 ਪਿੰਡ ਜਿਹੜੇ ਲੈ ਲਿਆ ਆਪਣੇ ਚੰਡੀਗੜ੍ਹ ਨਵੇਂ ਸ਼ਾਮਲ ਕੀਤੇ, ਉਹ ਜੇ ਤੁਸੀਂ ਮਗੇ ਬਿਨਾ ਪਾਪ ਕਿਤੇ ਨਰਕ ਦੇਖਣਾ ਹੋਵੇ ਤਾਂ ਚੰਡੀਗੜ੍ਹ ਦੇ ਕਿਸੇ ਪਿੰਡ 'ਚ ਜਾ ਕੇ ਦੇਖ ਲਓ, ਤੁਸੀਂ ਨਰਕ ਦੇਖ ਲਓਗੇ ਬਿਨਾ ਪਾਪ ਕਿਤੇ। ਅੱਛਾ, ਉੱਥੇ ਕੀ ਸੁਧਾਰ ਹੋਣਾ ਚਾਹੀਦਾ? ਉੱਥੇ ਇਹੀ 2 ਸਾਲ ਦਾ ਬਜਟ ਜਿਹੜਾ ਰੋਡ ਜਿਹਾ ਹੈਗਾ ਉਹ ਤੁਸੀਂ ਪਿੰਡਾਂ 'ਤੇ ਲਗਾਓ ਜੀ, ਤਾਂ ਕਿ ਉੱਥੇ ਅੱਛਾ। ਹੁਣ ਜਿਵੇਂ ਕਈ ਸ਼ਹਿਰਾਂ 'ਚ ਮੈਂ ਦੇਖਿਆ ਸੀਮੈਂਟ ਦੀ ਰੋਡ ਬਣਾਤੀਆਂ, ਸੀਮੈਂਟ ਦੀ ਰੋਡ ਇੱਕ ਵਾਰੀ ਬਣ ਗਏ, ਉਹਨੇ 10-20 ਸਾਲ 30 ਸਾਲ ਕਿਤੇ ਜਾਣਾ ਹੀ ਨਹੀਂ ਹੈਗਾ। ਤੁਸੀਂ ਹੁਣ ਕੀ ਕਰਦੇ, ਰੋਡ ਹੈਗੀ ਉਹਦੇ ਉੱਪਰ ਇਸ ਤਰ੍ਹਾਂ ਲੇਅਰ ਪਾ ਜਾਂਦੇ ਹੋ,
ਉਹਦੇ ਨਾਲ ਕਹਿੰਦਾ ਉਹ ਲੇਅਰ ਜਿਵੇਂ ਪਾਪੜੀ ਹੁੰਦੀ ਹੈ, ਪਾਪੜੀ ਤਰ੍ਹਾਂ 10 ਦਿਨਾਂ 'ਚ ਮਹੀਨੇ 'ਚ ਉਖੜ ਜਾਂਦੀ ਹੈ, ਫਿਰ ਅਗਲੇ ਫਿਰ 60 ਕਰੋੜ ਦਾ ਹਰ ਸਾਲ 60-65 ਕਰੋੜ ਦਾ ਬਜਟ ਜਿਹੜਾ ਹੈਗਾ ਰੋਡ ਰੀਕਾਰਪੈਟਿੰਗ ਤੇ ਲੱਗਦਾ ਹੈ। ਤੁਸੀਂ ਸੋਚਿਓ ਦੇਖੋ ਕਿੰਨੀ ਵੇਸਟੇਜ ਹੈ। ਉਹੀ ਕੰਮ ਮੈਂ ਤੁਹਾਨੂੰ 6 ਕਰੋੜ 'ਚ ਜਾਂ 10 ਕਰੋੜ 'ਚ ਕਰਕੇ ਦੇ ਸਕਦਾ। ਚਲੋ ਕਹਿਣ ਦਾ ਮਤਲਬ ਇਹ ਤਾਂ ਇੱਕ ਵਿਸ਼ਾ ਰਹਿ ਗਿਆ। ਤੁਸੀਂ ਹੁਣ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਕਹਿੰਦੇ ਸਾਡਾ ਏਜੰਡਾ, ਸਾਡਾ ਐਮਸੀ 'ਚ ਏਜੰਡਾ ਹੀ ਇਹੀ ਹੈ ਕਿ ਅਸੀਂ ਪੈਸੇ ਦੀ ਜਿਹੜੀ ਬਰਬਾਦੀ ਹੈ ਉਹ ਰੋਕੀਏ। ਜਿਵੇਂ ਡੱਡੂ ਮਾਜਰਾ ਹੈਗਾ, ਤੁਸੀਂ ਦੇਖੋਗੇ ਡੱਡੂ ਮਾਜਰੇ 'ਚ ਇਹਨੇ ਬਹੁਤ ਵੱਡਾ ਉਹ ਡੰਪ ਬਣ ਗਿਆ। ਪਹਿਲਾਂ ਤੁਸੀਂ ਕੋਈ ਵੀ ਅਖਬਾਰ ਚੱਕ ਦਿਓ, ਇਹਨਾਂ ਨੇ ਕਿਹਾ ਅਸੀਂ ਪੂਰਾ ਪਲੇਗਰਾਊਂਡ ਬਣਾ ਦੇਵਾਂਗੇ, 35-34-33 ਕਰੋੜ ਰੁਪਏ 'ਚ ਅਸੀਂ ਠੇਕਾ ਦੇਤਾ ਸਾਰੇ ਦਾ ਸਾਰਾ। ਹਾਂ, 1.5-2 ਸਾਲ ਦੀ ਗੱਲ ਚੱਲ ਰਹੀ ਹੈ। ਔਰ ਕਿਰਨ ਖੇਰ ਮੈਡਮ ਨੇ ਕਿਹਾ ਸੀ ਕਿ ਇੱਥੇ ਬੱਚੇ ਖੇਲਿਆ ਕਰਨਗੇ, 18 ਮਹੀਨੇ ਬਾਅਦ ਇੱਥੇ ਬੱਚੇ ਖੇਲਣਗੇ। ਇਸ ਤੋਂ ਮਤਲਬ ਹੈ ਕਿ ਸਾਰਾ ਕੂੜਾ ਉੱਠੂਗਾ। ਹੁਣ ਇਹਨਾਂ ਨੇ ਕਹਿੰਦੇ ਨਹੀਂ ਜੀ ਉਹ ਤਾਂ 5 ਲੱਖ ਮੀਟ੍ਰਿਕ ਟਨ ਦਾ ਠੇਕਾ ਸੀਗਾ, ਇੱਥੇ ਤਾਂ 5 ਲੱਖ ਨਹੀਂ ਹੈਗਾ, 10 ਲੱਖ ਮੀਟ੍ਰਿਕ ਟਨ ਹੈਗਾ। ਤੇ ਹੁਣ 5 ਲੱਖ ਦਾ ਠੇਕਾ ਹੁਣ ਹੋਰ ਦੇਣ ਲੱਗੇ, ਤਾਂ ਇਹਦਾ 40-50 ਕਰੋੜ ਦਾ ਠੇਕਾ ਹੋਰ ਦੇ ਦੇਣਗੇ। ਚਲੋ ਮੇਰੀ ਕਹਿਣ ਦਾ ਮਤਲਬ ਇਹ ਹੈ, ਤੁਹਾਡਾ ਇਹ ਸਾਫ਼ ਮਕਸਦ ਇਹ ਹੈ ਕਿ ਕਾਰਪੋਰੇਸ਼ਨ 'ਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ। ਤੁਹਾਡਾ ਮੁੱਖ ਏਜੰਡਾ ਭ੍ਰਿਸ਼ਟਾਚਾਰ ਖਤਮ ਕਰਨਾ। ਬਿਲਕੁਲ। ਤੇ ਤੁਸੀਂ ਮੈਨੂੰ ਇਹ ਦੱਸੋ ਥੋੜੇ ਮੁੱਖ ਭ੍ਰਿਸ਼ਟਾਚਾਰ ਵਾਲੇ ਕਿਹੜੇ ਮੁੱਦੇ? ਸਭ ਤੋਂ ਪਹਿਲਾਂ ਵੇਸਟੇਜ, ਪੈਸੇ ਦੀ ਵੇਸਟੇਜ। ਪੈਸੇ ਵੇਸਟ ਜਿਵੇਂ ਇੱਥੇ ਰੋਜ਼ ਦੀ ਮੈਂ ਤੁਹਾਨੂੰ ਦੱਸਿਆ ਹੈ, ਡੰਪ ਦਾ ਦੱਸਿਆ ਹੈ। ਹੋਰ ਤੁਸੀਂ ਇੱਥੇ ਕੋਈ ਵੀ ਚੀਜ਼ ਹੁਣੇ ਤੁਸੀਂ ਦੇਖੋ ਤੇ ਲਾਈਟਾਂ ਲੱਗ ਰਹੀਆਂ ਨੇ, ਟ੍ਰੈਫਿਕ ਲਾਈਟਾਂ ਨਾ, ਪਹਿਲਾਂ ਪੀਲੇ ਖੰਭੇ ਲੱਗੇ ਸੀ, ਉਹਦੇ ਨਾਲ ਇੱਕ ਨਵੇਂ ਖੰਭੇ ਲਗਾਤੇ, ਠੀਕ ਹੈ। ਤੇ ਹਰ ਜਗ੍ਹਾ ਤੇ ਹੁਣ ਮੇਰੇ ਸਵਾਲ ਸੀਗੇ ਕਿ ਉਹ ਖੰਭੇ ਤੋਂ ਹੀ ਰਹਿੰਦੇ ਨੇ, ਤੁਸੀਂ ਸਮਾਰਟ ਲਾਈਟਾਂ ਲਗਾਉਣੀ ਸੋ ਉਸ ਦੇ ਉੱਪਰ ਸਮਾਰਟ ਲਾਈਟਾਂ ਵੀ ਲੱਗ ਸਕਦੇ, ਖੰਭੇ 'ਚ ਤਾਂ ਕੋਈ ਫਰਕ ਨਹੀਂ ਪੈਂਦਾ, ਪੈਸਾ ਤਾਂ ਵੇਸਟ ਹੋ ਗਿਆ ਨਾ। ਜੀ। ਤੇ ਇਸ ਤਰ੍ਹਾਂ ਹੁਣ ਤੁਸੀਂ ਪਾਣੀ ਦਾ ਇਹਨਾਂ ਨੇ ਟੈਂਡਰ ਉਹ ਫਰਾਂਸ ਤੋਂ ਲੈ ਰਹੇ ਨੇ 24 ਘੰਟੇ ਦੀ ਪਾਣੀ ਸਪਲਾਈ ਦਾ। 2019 'ਚ ਜਿੰਨੇ ਦਾ ਇਹਨਾਂ ਨੇ ਐਸਟੀਮੇਟ ਬਣਾਇਆ ਸੀਗਾ, ਅਜੇ ਸ਼ੁਰੂ ਕਰਨ ਤੋਂ ਪਹਿਲੇ 114 ਕਰੋੜ ਦਾ ਤਾਂ ਐਸਟੀਮੇਟ ਵੱਧ ਗਿਆ। ਅੱਛਾ ਜੀ। ਤੇ ਉਹ ਪਾਣੀ ਦੀ ਬੇਸਿਕਲੀ ਵੇਸਟ ਤਾਂ ਆਪਾਂ ਰੋਕ ਨਹੀਂ ਰਹੇ, ਲੇਕਿਨ ਇਹਦੇ 24 ਘੰਟੇ ਪਾਣੀ ਲੈ ਕੇ ਕੀ ਕਰਾਂਗੇ? ਨਹੀਂ, ਪਾਣੀ ਦੇ ਰੇਟ ਵੀ ਬਹੁਤ ਜ਼ਿਆਦਾ ਵਧਾ ਦਿੱਤੇ। ਉਹਦੇ ਸਵਾਲ ਮੇਰਾ ਇਹ ਸੀਗਾ ਕਿ ਸਭ ਨੂੰ ਪੁੱਛਣਾ ਕਿ ਤੁਸੀਂ ਉਹਦੀ ਜਿਹੜੀ ਰੀਪੇਮੈਂਟ ਹੈ ਉਹ ਪਬਲਿਕ ਨੇ ਕਰਨੀ ਹੈ, ਗਵਰਨਮੈਂਟ ਨੇ ਨਹੀਂ ਕਰਨੀ। ਉਹ 15 ਸਾਲ ਬਾਅਦ ਸ਼ੁਰੂ ਹੋਣੀ ਹੈ ਜੀ, ਠੀਕ ਹੈ ਨਾ। ਤੇ ਉਦੋਂ ਡਾਲਰ ਦਾ ਰੇਟ ਕੀ ਹੋਊਗਾ? ਉਹਨੂੰ ਇਹਨਾਂ ਨੇ ਕੈਲਕੂਲੇਟ ਕੀਤਾ ਕਿ ਡਾਲਰ ਦਾ ਜਿਹੜਾ ਰੇਟ ਉਦੋਂ ਹੋਏਗਾ, ਜੇ ਕੱਲ੍ਹ ਨੂੰ 100 ਰੁਪਏ ਡਾਲਰ ਦਾ ਰੇਟ ਹੈ ਤਾਂ ਪਬਲਿਕ 'ਤੇ ਕਿੰਨਾ ਬੋਝ ਪਏਗਾ। ਉਹ ਹਰ ਸਾਲ ਮਗੇ ਰੇਟ ਵਧਾਉਣਗੇ ਤੇ ਕਿੰਨਾ ਜ਼ਿਆਦਾ ਬਰਡਨ ਪਾ ਰਹੇ ਹੋ। ਪਹਿਲੀ ਵਾਰ ਮੇਰੇ ਖਿਆਲ ਕਿ ਚੰਡੀਗੜ੍ਹ ਦੀ ਸਰਕਾਰ ਲੋਨ ਲੈ ਕੇ ਕੋਈ ਪ੍ਰੋਜੈਕਟ ਕਰ ਰਹੀ ਹੈ, ਕਿਉਂਕਿ ਚੰਡੀਗੜ੍ਹ 'ਚ ਮੇਰੇ ਖਿਆਲ ਲੋਨ ਲੈਣ ਦਾ ਕੋਈ ਪਹਿਲਾਂ ਸਿਸਟਮ ਨਹੀਂ ਸੀਗਾ। ਹੋਮ ਮਿਨਿਸਟਰੀ ਕੋਲ ਬਹੁਤ ਚੰਡੀਗੜ੍ਹ ਦਾ ਪੈਸਾ ਪਿਆ ਜੀ, ਇੱਥੋਂ ਇੰਨਾ ਟੈਕਸ ਜਾਂਦਾ, ਇੰਨਾ ਕੁਛ। ਹੁਣ ਤੁਸੀਂ ਦੇਖੋ ਸ਼ਰਾਬ ਦੇ ਠੇਕਿਆਂ ਤੋਂ 450 ਕਰੋੜ ਰੁਪਏ ਦੀ ਲਾਇਸੈਂਸ ਫੀਸ ਮਿਲੀ ਹੈ। ਹਾਂਜੀ, ਹਰ ਸਾਲ ਵੱਧ ਰਿਹਾ। ਤੇ ਇੰਨਾ ਪੈਸਾ ਚੰਡੀਗੜ੍ਹ ਤੋਂ ਮਿਲ ਰਿਹਾ, ਉਹ ਚੰਡੀਗੜ੍ਹ ਤੇ ਹੀ ਖਰਚਿਆ ਜਾਵੇ। ਮੇਰੇ ਖਿਆਲ ਪੈਸੇ ਦੇ ਸਾਨੂੰ ਤਾਂ ਕਿਤੇ ਹੋਰ ਲੈਣ ਦੀ ਲੋੜ ਹੀ ਨਹੀਂ ਹੈਗੀ। ਭ੍ਰਿਸ਼ਟਾਚਾਰ ਤੋਂ ਇਲਾਵਾ ਹੋਰ ਤੁਹਾਡੇ ਕੋਲ ਕਿਹੜੇ ਮੁੱਦੇ ਨੇ ਜਿਹੜੇ ਸੁਧਾਰਨਯੋਗ ਨੇ? ਨਹੀਂ, ਐਫੀਸ਼ੀਐਂਸੀ। ਹੁਣ ਦੇਖੋ ਐਫੀਸ਼ੀਐਂਸੀ ਬਹੁਤ ਵੱਡੀ ਗੱਲ ਹੈ। ਹੁਣ ਜਿਵੇਂ ਇੱਥੇ ਹਾਰਟੀਕਲਚਰ ਡਿਪਾਰਟਮੈਂਟ ਵੀ ਕੰਮ ਕਰ ਰਿਹਾ, ਫੋਰੈਸਟ ਡਿਪਾਰਟਮੈਂਟ ਵੀ ਕੰਮ ਕਰ ਰਿਹਾ, ਐਡਮਿਨਿਸਟ੍ਰੇਸ਼ਨ ਵੀ ਕੰਮ ਕਰ ਰਿਹਾ। ਹਾਰਟੀਕਲਚਰ 'ਚ ਐਮਸੀ ਦੇ ਵੀ ਹਾਰਟੀਕਲਚਰ ਡਿਪਾਰਟਮੈਂਟ ਔਰ ਬਾਗਬਾਨੀ ਦੋਨੇ। ਹਾਂ, ਉਹ ਕੀ ਹੈਗਾ ਕਿ ਇਹ ਰੋਡ ਤਾਂ ਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਕੋਲ ਹੈ, ਇਹ ਵਾਲੀ ਅੰਦਰ ਵਾਲੀ ਰੋਡ ਹੈ ਜਿਹੜੀ ਐਮਸੀ ਦੇ ਕੋਲ। ਉਹ ਕਨਫਿਊਜ਼ਨ ਹੁੰਦਾ ਨੇ। ਜੇ ਹੁਣ ਮੈਂ ਕਿਸੇ ਕੋਲ ਜਾਣਾ ਕਿ ਜੀ ਪੇੜ ਖਰਾਬ ਹੋ ਰਿਹਾ, ਉਹ ਕਹਿੰਦੇ ਇਹ ਤਾਂ ਜੀ ਤੁਸੀਂ ਐਡਮਿਨਿਸਟ੍ਰੇਸ਼ਨ ਕੋਲ ਜਾਓ। ਵੀ ਤੁਸੀਂ ਇੱਕ ਚੀਜ਼ ਜਿਹੜੀ ਹੈਗੀ, ਇੱਕ ਚੀਜ਼ ਇੱਕੋ ਮਹਿਕਮੇ ਕੋਲ ਕਰ ਦਿਓ, ਜਾਂ ਤਾਂ ਐਮਸੀ ਕੋਲ ਕਰ ਦਿਓ ਜਾਂ ਤੁਸੀਂ ਐਡਮਿਨਿਸਟ੍ਰੇਸ਼ਨ ਕੋਲ। ਤੁਸੀਂ ਕਨਫਿਊਜ਼ਨ ਕਰੋ ਕਿ ਹਰ ਜਗ੍ਹਾ ਤੇ ਕਨਫਿਊਜ਼ਨ ਹੈ, ਯਾਨੀ ਪ੍ਰਬੰਧਨ ਐਸਾ ਹੈ ਕਨਫਿਊਜ਼ ਪੈਦਾ ਕਰਦਾ, ਕਨਫਿਊਜ਼ ਬਹੁਤ ਜ਼ਿਆਦਾ ਕਨਫਿਊਜ਼ ਹੈ। ਉਹ ਸਾਰਾ ਕਨਫਿਊਜ਼ਨ ਖਤਮ ਹੋਣਾ ਚਾਹੀਦਾ। ਪਬਲਿਕ ਨੂੰ ਪਤਾ ਹੋਵੇ ਕਿ ਵੀ ਮੈਂ ਤਾਂ ਇਸ ਅਫਸਰ ਕੋਲ ਜਾਣਾ ਹੈ। ਹੁਣ ਅਫਸਰ ਕੋਲ ਜਾ ਕੇ ਜੇਈ ਹੋਏਗਾ, ਮੈਂ ਤਾਂ ਜੀ ਐਮਸੀ ਦਾ ਜੇਈ ਹਾਂ ਜੀ, ਤੁਸੀਂ ਐਡਮਿਨਿਸਟ੍ਰੇਸ਼ਨ ਵਾਲੇ ਐਮਸੀ ਜੇਈ ਕੋਲ ਜਾ। ਇੱਕ ਖੰਭਾ ਅਸੀਂ ਚੇਂਜ ਕਰਾਉਣਾ, ਉਹ ਨਹੀਂ ਪਤਾ ਲੱਗਦਾ ਐਮਸੀ ਦੇ ਅੰਡਰ ਹੁੰਦਾ ਖੰਭਾ ਜਾਂ ਐਡਮਿਨਿਸਟ੍ਰੇਸ਼ਨ ਦੇ ਅੰਡਰ ਹੁੰਦਾ। ਇੱਕ ਬਿਜਲੀ ਜੇ ਬਿਜਲੀ ਬੋਰਡ ਕੋਲ ਆ ਗਈ, ਉਸ ਤੋਂ ਬਾਅਦ ਐਮਸੀ ਆ, ਉਹਦਾ ਤਾਂ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਜਾਂ ਤਾਂ ਸਾਰਾ ਕੁਛ ਐਮਸੀ ਨੂੰ ਦਿਓ ਤੇ ਐਮਸੀ ਨੂੰ ਭੰਗ ਕਰ ਦਿਓ, ਜਿਵੇਂ ਪਹਿਲਾਂ ਚੱਲ ਰਹੇ ਸੀ। ਐਮ ਤੋਂ ਪਹਿਲਾਂ ਬਹੁਤ ਵਧੀਆ ਚੱਲ ਰਿਹਾ ਸੀਗਾ ਕੰਮ, ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਸਾਰਾ ਦੇ ਦਿਓ। ਬਾਕੀ ਪੰਚਕੂਲਾ ਔਰ ਮੁਹਾਲੀ ਦੇਖ ਰਹੇ, ਮੁਹਾਲੀ 'ਚ ਹੁਣ ਸਾਰਾ ਐਮਸੀ ਕੰਮ ਕਰਦੀ ਹੈ ਜੀ। ਐਡਮਿਨਿਸਟ੍ਰੇਸ਼ਨ ਦਾ ਸਿਰਫ ਲਾ ਐਂਡ ਆਰਡਰ ਹੈ ਔਰ ਇਹ ਚੀਜ਼ਾਂ ਦੇਖਦੇ ਨੇ। ਇੱਥੇ ਤਾਂ ਆਪਾਂ ਨੇ ਕਨਫਿਊਜ਼ਨ ਕਰ ਰੱਖਿਆ। ਚਲੋ, ਇੱਕ ਤਾਂ ਤੁਸੀਂ ਕਨਫਿਊਜ਼ਨ ਦੂਰ ਕਰੋਗੇ, ਭ੍ਰਿਸ਼ਟਾਚਾਰ। ਦੂਸਰਾ ਕੀ ਹੈ ਕਿ ਜੋ ਸਾਡਾ ਮੇਨ ਏਜੰਡਾ ਹੈਗਾ ਚੰਡੀਗੜ੍ਹ 'ਚ, 5 ਚੀਜ਼ਾਂ ਹੋਣੀਆਂ ਚਾਹੀਦੀਆਂ ਇਨਸਾਨ ਨੂੰ। ਜੇ ਤੁਸੀਂ ਵੀ ਜੇ ਆਮ ਆਦਮੀ ਹੋਏਗਾ, ਅੱਜ ਵੀ ਤੁਸੀਂ ਦੇਖੋ ਪੈਂਡੈਮਿਕ 5 ਚੀਜ਼ਾਂ ਕੀ ਹੈ ਕਿ ਬੰਦੇ ਨੂੰ ਖਾਣਾ ਮਿਲਣਾ ਚਾਹੀਦਾ ਹੈ, ਬੰਦੇ ਨੂੰ ਹੈਲਥ ਮਿਲਣੀ ਚਾਹੀਦੀ ਹੈ, ਬਿਜਲੀ ਮਿਲਣਾ ਚਾਹੀਦਾ, ਪਾਣੀ ਮਿਲਣਾ ਚਾਹੀਦਾ, ਐਜੂਕੇਸ਼ਨ। ਇਹ 5 ਚੀਜ਼ਾਂ ਜੇ ਆਮ ਆਦਮੀ ਨੂੰ ਮਿਲ ਜਾਣ ਔਰ ਆਲਮੋਸਟ ਫ੍ਰੀ ਮਿਲ ਜਾਣ ਤਾਂ ਮੇਰੇ ਕੋਲ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਫਿਰ ਉਹਨੂੰ ਨੌਕਰੀ ਹੈ ਜਾਂ ਨਹੀਂ ਹੈ, ਪੈਸਾ ਆ ਰਿਹਾ ਹੈ, ਕੋਈ ਪੈਂਡੈਮਿਕ ਆ ਰਿਹਾ, ਕੋਈ ਫਰਕ ਨਹੀਂ ਪੜੇਗਾ। ਇਹ 5 ਚੀਜ਼ਾਂ ਔਰ ਇਹ 5 ਚੀਜ਼ਾਂ ਤਾਂ ਆਪਣੇ ਚੰਡੀਗੜ੍ਹ ਜਿਹੜੇ ਲੈ ਕੇ ਗਿਆ। ਅੱਜ ਤੁਸੀਂ ਦੇਖਿਆ ਪਿਛਲੇ ਸਾਲ ਜਦੋਂ ਕਰਫਿਊ ਲੱਗਿਆ, ਲੋਕਡਾਊਨ ਲੱਗਿਆ, ਲੋਕਾਂ ਨੂੰ ਭੁੱਖ ਵਾਸਤੇ ਕਿੰਨਾ ਮਗੇ ਕਰਨਾ ਪਿਆ। ਕੋਈ ਗੁਰਦੁਆਰਾ ਦੇ ਰਿਹਾ, ਕੋਈ ਮੰਦਿਰ ਦੇ ਰਿਹਾ, ਕੋਈ ਐਡਮਿਸ਼ਨ। ਸਿਸਟਮ ਐਸਾ ਹੋਣਾ ਚਾਹੀਦਾ ਕਿ ਵੀ ਲੱਖ ਇੱਕ ਖਾਣੇ ਦਾ ਪ੍ਰਬੰਧ ਜਿਹੜਾ ਹੈ ਉਹ ਆਟੋਮੈਟਿਕਲੀ ਰਹੇ। ਮੇਰਾ ਇਹ ਬਹੁਤ ਬੜਾ ਏਜੰਡਾ ਹੈ ਇਹਦੇ 'ਚ, ਜੇ ਆਮ ਆਦਮੀ ਪਾਰਟੀ ਕਿ ਲੱਖ ਫੂਡ ਦੇ ਪੈਕਟ 2 ਵਾਰੀ ਦਿਨ 'ਚ ਉਹ ਤਿਆਰ ਰਹਿਣ
ਉਹ ਜਿਹਨੂੰ ਮਰਜ਼ੀ ਜਿਹੜਾ ਮਰਜ਼ੀ ਆਵੇ ਲੈ ਜੇ। आपकी रसोई के नाम से चलावांगे कि 10 रुपए का ले लो, चाहे जिन्हें ਜਿਹਦੇ ਕੋਲ 10 रुपए ने फ्री च ਲੈ ਜਾਓ। ਯਾਨੀ ਆਪਕੀ ਰਸੋਈ ਤੁਸੀਂ ਚਲਾਓਗੇ। ਹਾਂ 1 ਲੱਖ ਲੋਕਾਂ ਵਾਸਤੇ ਇੱਥੇ NGO ਨੂੰ ਇਨਵੋਲਵ ਕਰਕੇ, ਜਿਵੇਂ ਚਾਹੇ ਗੁਰਦੁਆਰਿਆਂ ਨੂੰ ਇਨਵੋਲਵ ਕਰਾਂ ਮੈਂ, ਚਾਹੇ ਮੰਦਿਰਾਂ ਨੂੰ ਇਨਵੋਲਵ ਕਰਾਂ, ਚਾਹੇ NGO ਨੂੰ ਇਨਵੋਲਵ ਕਰਾਂ, 1 ਲੱਖ ਪੈਕੇਟ ਦਾ ਜਿਹੜਾ ਹੈਗਾ ਸਵੇਰ ਸ਼ਾਮ ਚੰਡੀਗੜ੍ਹ 'ਚ ਫ੍ਰੀ ਡਿਸਟਰੀਬਿਊਟ ਹੋਣਾ ਚਾਹੁੰਦੇ। ਔਰ ਉਹਦੇ 'ਤੇ ਬਹੁਤ ਜ਼ਿਆਦਾ ਖਰਚਾ ਆਉਂਦਾ। ਇੱਕ ਖਾਣੇ ਦਾ ਪੈਕੇਟ ਤੁਸੀਂ ਹੈਰਾਨ ਹੋਗੇ ਬੜਾ ਜੀ ਕਿ 3 ਜਾਂ 4 ਰੁਪਏ ਦਾ ਕੋਸਟ ਕਰਦਾ। ਜੇ ਮੈਂ ਖਿਚੜੀ ਬਣਾਵਾਂ ਜਾਂ ਰਾਜਮਾ ਚਾਵਲ ਬਣਾਵਾਂ, ਕਿਉਂਕਿ ਗੌਰਮੈਂਟ ਸਬਸਿਡਾਈਜ਼ ਰਾਸ਼ਨ ਦਿੰਦੀ ਹੈ ਨਾ ਉਹਦੇ 'ਚ, ਤੇ ਉਹ 3-4 ਰੁਪਏ ਤੋਂ ਜ਼ਿਆਦਾ ਨਹੀਂ ਕੋਸਟ ਕਰਦਾ। ਜਦੋਂ ਵੈਸੇ ਗਵਰਨਮੈਂਟ ਵੀ 10 ਰੁਪਏ ਦਾ ਇੱਕ ਪੈਕੇਟ, ਉਹ ਤਾਂ ਬਹੁਤ ਥੋੜਾ, ਰੈੱਡ ਕ੍ਰੋਸ ਵਾਲੇ ਥੋੜਾ ਦਿੰਦੇ, ਉਹ ਵੀ ਕਿਸੇ ਕੋਲੋਂ ਲੈ ਕੇ ਦਿੰਦੇ। ਮੈਂ ਕਿਹਾ ਇਹਨੂੰ ਇੱਕ ਐਜ ਏ ਕੰਪੇਨ, ਤਾਂ ਕਿ ਜੇ ਤੁਹਾਡੇ ਅੱਜ ਮਿਸੀ ਨੇ ਖਾਣਾ ਨਹੀਂ ਵੀ ਬਣਾਉਣਾ, ਉਹ ਕਹਿੰਦੇ ਚਲੋ ਜੀ ਆਪਣਾ ਆਪ ਦੀ ਰਸੋਈ ਤੋਂ ਲੈ ਆਉਂਦੇ, ਕੋਈ ਗੱਲ ਨਹੀਂ 10 ਰੁਪਏ ਦੀ। ਇਟ ਸ਼ੁੱਡ ਬੀ ਲਾਈਕ ਦੈਟ। ਉਹਦੇ ਕਿਸੇ ਨੂੰ ਸ਼ਾਮ ਨੂੰ ਖਾਣਾ ਬਣਾਉਣ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਜੇ ਮੈਨੂੰ ਅੱਜ ਦਿਹਾੜੀ ਨਹੀਂ ਮਿਲੀ ਸ਼ਾਮ ਨੂੰ, ਤੇ ਮੈਨੂੰ ਇਹਨੇ ਕਿ ਮੈਂ ਜੀ ਹੁਣ ਕਿੱਥੇ ਜਾਵਾਂ। ਮੈਂ ਦੇਖਿਆ ਸਾਡੇ ਆਫਿਸ ਦੇ ਨੀਚੇ ਵੀ ਲੋਕ ਰਾਤ ਨੂੰ ਸਟੋਵ ਲਗਾ ਕੇ ਵਿਚਾਰੇ ਸਾਰਾ ਦਿਨ ਰਿਕਸ਼ਾ ਚਲਾਉਂਦੇ, ਸ਼ਾਮ ਨੂੰ ਸਟੋਵ ਲਗਾ ਕੇ ਖਾਣਾ ਬਣਾਉਂਦੇ ਨੇ। ਉਹਨੂੰ ਫ੍ਰੀ 'ਚ ਦੇ ਦੋ ਖਾਣਾ, ਕੀ ਫਰਕ ਪੈ ਜਾਊਗਾ। 3 ਰੁਪਏ ਦਾ 4 ਰੁਪਏ ਦਾ ਹੈਗਾ, 3-4 ਲੱਖ ਰੁਪਏ ਰੋਜ਼ ਦਾ ਹੀ ਹੋਏ ਨਾ, ਜਾਂ ਚਲੋ 5 ਲੱਖ ਰੁਪਏ 10 ਲੱਖ ਰੁਪਏ ਰੋਜ਼ ਦਾ ਹੀ ਲਗਾ ਲਓ, ਕਿੰਨਾ ਖਰਚਾ ਪਿਆ ਸਾਰੇ ਸਾਲ ਦਾ। ਚਲੋ ਉਹ ਤਾਂ ਠੀਕ ਹੈ, ਕਹਿਣ ਦਾ ਮਤਲਬ ਇਹ 5 ਜਿਹੜੀਆਂ 5 ਲੋੜਾਂ 'ਚ ਇੱਕ ਲੋੜ ਤੁਸੀਂ ਇਸ ਤਰ੍ਹਾਂ ਪੂਰੀ ਕਰੋ। ਸੁਣੋ ਦੂਸਰਾ, ਇਸ ਤਰ੍ਹਾਂ ਜਿਹੜਾ ਹੈਗਾ ਬਿਜਲੀ ਦਾ ਮੈਂ ਕਹਿੰਦਾ ਕਿ ਤੁਸੀਂ ਇੱਕ ਰੇਟ ਫਿਕਸ ਕਰ ਦਿਓ ਸਾਰੇ ਵਾਸਤੇ, ਚਾਹੇ 2 ਰੁਪਏ ਯੂਨਿਟ 4 ਰੁਪਏ ਯੂਨਿਟ, ਪਹਿਲੇ 200 ਯੂਨਿਟ ਦੇ, ਚਲੋ ਲੋਕ ਕਹਿੰਦੇ ਫ੍ਰੀ ਨਾ, ਲੋਕਾਂ ਨੂੰ ਮੁਫਤਖੋਰੀ ਨਾ ਬਣਾਓ। ਮੈਂ ਤਾਂ ਕਹਿ ਕਹਿੰਦਾ 200 ਯੂਨਿਟ ਫ੍ਰੀ ਦੇ ਦਿਓ, ਕੋਈ ਦਿੱਕਤ ਨਹੀਂ। ਇੱਕ ਚੀਜ਼ ਤੁਸੀਂ ਦੱਸੋ, ਜੇ ਅੱਜ ਤੁਹਾਡੇ ਕੋਲ ਬਿਜਲੀ ਬਿੱਲ ਦੇਣ ਨੂੰ ਪੈਸੇ ਨਹੀਂ ਹੈਗੇ, ਤੁਹਾਡਾ ਬਿਜਲੀ ਕਨੈਕਸ਼ਨ ਕੱਟ ਜਾਣਗੇ, ਫਿਰ ਤੁਸੀਂ ਕੀ ਪੜੋਸੀਆਂ ਕੋਲ ਜਾ ਕੇ ਪੜ੍ਹਾਈ ਕਰੂਗਾ ਤੁਹਾਡਾ ਬੱਚਾ। ਇਸੇ ਪਾਣੀ ਦਾ ਹੈਗਾ, ਮੈਂ ਕਹਿੰਦਾ ਤੁਹਾਡੇ ਕੋਲ ਨਹੀਂ ਹੈਗਾ, ਇਸ ਮਹੀਨੇ ਤੁਹਾਨੂੰ ਦਿਹਾੜੀ ਨਹੀਂ ਮਿਲੀ, ਤੁਹਾਡਾ ਕੀ ਪਾਣੀ ਦਾ, ਇਹਦਾ ਮਤਲਬ ਤੁਸੀਂ ਪਾਣੀ ਪੜੋਸੀਆਂ ਕੋਲ ਲੈ ਕੇ ਜਾਓਗੇ। ਇਹਦਾ ਮਤਲਬ 20 ਕਿਲੋ ਲੀਟਰ ਪਾਣੀ ਤਾਂ ਤੁਹਾਨੂੰ ਫ੍ਰੀ ਹੋਣਾ ਚਾਹੀਦਾ। ਜਿਸ ਤਰ੍ਹਾਂ ਇਹ ਵਾਈਫਾਈ ਦਾ ਹੁੰਦਾ ਨਾ, ਕਿ ਜੇ ਤੁਸੀਂ ਬਿੱਲ ਨਹੀਂ ਵੀ ਪੇਗਾ ਤਾਂ ਤੁਹਾਡੀ ਸਲੋ ਕਰ ਦਿੰਦੇ ਨੇ ਸਿਸਟਮ ਨੂੰ। ਇਸ ਤਰ੍ਹਾਂ ਤੁਸੀਂ 20 ਕਿਲੋ ਲੀਟਰ ਤੱਕ ਫ੍ਰੀ ਕਰ ਦਿਓ, ਉੱਥੇ ਤੱਕ ਮੀਟਰ ਹੋਏ ਨਾ, ਉਸ ਤੋਂ ਮੀਟਰਿੰਗ ਹੋ ਜੇ, ਤੁਹਾਡਾ ਕਨੈਕਸ਼ਨ ਵੀ ਕੱਟੇ ਤਾਂ 20 ਲੀਟਰ ਪਾਣੀ ਤੁਹਾਨੂੰ ਮਿਲ ਜੇ। ਇਸੇ 200 ਯੂਨਿਟ ਜਿਹੜੇ ਬਿਜਲੀ ਦੇਗਾ ਉਹ ਮਿਲ ਜੇ ਤੁਹਾਨੂੰ, ਫ੍ਰੀ 'ਚ ਮਿਲ ਜੇ, ਕਿੰਨਾ ਫਰਕ ਪੈ ਜਾਏਗਾ। 1 ਲੱਖ ਲੋਕ ਜੇ 200 ਯੂਨਿਟ ਫ੍ਰੀ ਵੀ ਲੈ ਲੈਣਗੇ, ਕਿੰਨਾ ਫਰਕ ਪੈ ਜਾਏਗਾ। ਚਲੋ ਯਾਨੀ ਖਾਣਾ ਹੋ ਗਿਆ, ਬਿਜਲੀ ਹੋ ਗਈ, ਪਾਣੀ ਹੋ ਗਿਆ। 1500 ਕਰੋੜ ਦੀ ਚੰਡੀਗੜ੍ਹ ਦਾਰੂ ਪੀ ਜਾਂਦੇ ਨੇ, ਤੇ ਕਿ ਜੇ 100-200 ਕਰੋੜ ਰੁਪਏ ਲੋਕਾਂ ਨੂੰ ਫ੍ਰੀ 'ਚ ਦਿੱਤਾ ਵੀ ਜਾਊਗਾ, ਇੰਨੀ ਤਾਂ ਮੈਂ ਐਫੀਸ਼ੀਐਂਸੀ ਕਰ ਦੂੰਗਾ ਖਰਚੇ 'ਚ। ਚਲੋ ਇਹ 3 ਚੀਜ਼ਾਂ ਹੋ ਗਈਆਂ, ਤੁਸੀਂ 5 ਚੀਜ਼ਾਂ ਕਿਹਾ। 5 ਚੀਜ਼ਾਂ। ਐਜੂਕੇਸ਼ਨ, ਹੁਣੇ ਅੱਜ ਤੁਸੀਂ ਮੇਰਾ ਪੜ੍ਹਿਆ ਹੋਊਗਾ ਆਰਟੀਕਲ, ਰੁਖਸਾਨਾ ਲੜਕੀ ਹੈ, ਹੈਗੀ ਹੈ ਜੀ, ਹਾਂ 32 ਸਾਲ ਦੀ ਕੁੜੀ ਹੈ, ਉਹਦੇ 18 ਸਾਲ ਦੀ ਉਮਰ 'ਚ ਸ਼ਾਦੀ ਹੋ ਗਈ ਸੀ, 4 ਸਾਲ ਉਹਦੇ ਹਸਬੈਂਡ ਦੀ ਡੈਥ ਹੋ ਗਈ। ਉਹਦੀ ਬੇਟੀ 8ਵੀਂ 'ਚ ਗੁਰੂ ਨਾਨਕ ਪਬਲਿਕ ਸਕੂਲ 'ਚ RT ਐਕਟ ਦੇ ਅੰਦਰ, ਪਰ ਉਹਨੇ ਦਿੱਤਾ ਨਹੀਂ, ਐਡਮਿਸ਼ਨ ਨਹੀਂ ਦਿੱਤੀ। ਹੁਣ ਉਹ 9ਵੀਂ 'ਚ ਕਹਿੰਦੇ ਸਾਨੂੰ ਜੀ 4720 ਰੁਪਏ ਪਰ ਮਹੀਨੇ ਦੇ ਹਿਸਾਬ ਨਾਲ ਫੀਸ ਦਿਓ। ਉਹ ਵਿਚਾਰੀ ਗਰੀਬ ਲੜਕੀ ਹੈ, ਉਹਦਾ ਹਸਬੈਂਡ ਨਹੀਂ ਹੈ, ਕੋਈ ਕੰਮ ਨਹੀਂ ਕਰਿਆ, ਉਹ ਪਹਿਲਾਂ ਠੇਕੇਦਾਰੀ ਪ੍ਰਥਾ 'ਚ ਕੰਮ ਕਰ ਰਹੀ ਸੀਗੀ, ਉਹ ਵੀ ਉਹਨੂੰ ਕੱਢ ਦਿੱਤਾ ਨੌਕਰੀ ਤੋਂ। ਠੀਕ ਹੈ ਨਾ। ਮੇਰੀ ਇਹ ਡਿਮਾਂਡ ਹੈ, ਬਲਕਿ ਤੁਹਾਡੇ ਥਰੂ ਇਹ ਡਿਮਾਂਡ ਹੈ ਐਡਮਿਨਿਸਟ੍ਰੇਸ਼ਨ ਨੂੰ, ਕਿ ਵੀ ਜਿੰਨੀਆਂ ਵੀ ਗਰੀਬ ਬੱਚੀਆਂ ਹੈਗੇ ਜਿਹਦੇ ਪਿਤਾ ਮਰ ਚੁੱਕੇ, ਪਿਤਾ ਵਿਹੀਨ ਬੱਚੇ ਨੇ, ਉਹਨੂੰ ਹਰ ਹਾਲਤ 'ਚ ਫ੍ਰੀ ਐਜੂਕੇਸ਼ਨ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ। ਇਸ ਤੇ ਜਿਹੜੀ ਲੜਕੀ ਦਾ ਪਤੀ ਮਰ ਗਿਆ, ਉਹਨੂੰ ਗੌਰਮੈਂਟ ਕਿਸੇ ਨਾ ਕਿਸੇ ਤਰ੍ਹਾਂ ਐਡਜਸਟ ਕਰੇ, ਹਰ ਹਾਲਤ 'ਚ ਕਰੇ। ਮੈਂ ਆਮ ਆਦਮੀ ਪਾਰਟੀ ਤੋਂ ਮੈਂ ਪ੍ਰੋਮਿਸ, ਕੋਈ ਵੀ ਗਰੀਬ ਲੜਕੀ ਹੋਗੀ ਜਿਹੜੀ ਵਿਧਵਾ ਹੋਗੀ, ਉਹਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਐਡਜਸਟ ਕਰੀਏ। ਸਮਾਜ ਦੀ ਹੈ ਨਾ, ਉਹ ਕੱਲ੍ਹ ਨੂੰ ਕੋਈ ਬੇਸ਼ਰਤੀ ਥੋੜ੍ਹਾ ਕਰੇਗੀ ਲੜਕੀ, ਉਹਨੂੰ ਸਮਾਜ ਨਹੀਂ ਪਾਲਣਾ ਨਾ, ਸਮਾਜ ਪਾਲੇ। ਇਸ ਤਰ੍ਹਾਂ ਹੈਲਥ ਦਾ ਤੁਸੀਂ ਦੇਖ ਲਿਆ ਬੁਰਾ ਹਾਲ। ਇਹੀ ਚੀਜ਼ ਥੋੜੀ ਪਲੈਨਿੰਗ ਆਪਾਂ ਨੂੰ 6 ਮਹੀਨੇ ਮਿਲ ਗਏ ਸੀਗੇ ਕੋਵਿਡ 'ਚ। 6 ਮਹੀਨੇ ਆਪਾਂ ਜਿੰਨਾ ਮਰਜ਼ੀ ਆਕਸੀਜਨ ਦਾ, ਜਿੰਨਾ ਮਰਜ਼ੀ ਬੈੱਡ ਦਾ ਅਰੇਂਜਮੈਂਟ ਕਰ ਸਕਦੇ, ਲੇਕਿਨ ਸਰਕਾਰ ਆਪਣੇ ਇਲੈਕਸ਼ਨਾਂ 'ਚ, ਆਪਣੇ ਦੂਜੇ ਚੀਜ਼ਾਂ 'ਚ ਲੱਗੀ ਰਹੀ। ਇਹੀ 6 ਮਹੀਨੇ ਦਾ ਯੂਟੀਲਾਈਜੇਸ਼ਨ ਅਸੀਂ ਕਰਦੇ ਤਾਂ ਬਹੁਤ ਅੱਛੇ ਤਰੀਕੇ ਨਾਲ ਹੋ ਸਕਦਾ ਸੀ। ਹੁਣ ਲੋਕ ਦਿੱਲੀ ਦੇ ਦੋਸ਼ ਦੇ ਰਹੇ ਕਿ ਕੇਜਰੀਵਾਲ ਨੇ ਇਹ ਕਰਤਾ, ਉਹ ਕਰਤਾ। ਕੱਲ੍ਹ ਦਿੱਲੀ ਹਾਈ ਕੋਰਟ ਨੇ ਕਿੰਨੀ ਬੜੀ ਲਤਾੜ ਲਗਾਈ ਹੈ ਸੈਂਟਰ ਨੂੰ ਕਿ ਤੁਸੀਂ ਯਾਰ 500-600 ਟਨ ਆਕਸੀਜਨ ਵੀ ਦਿੱਲੀ ਦੇ ਸਕਦੇ। ਆਕਸੀਜਨ ਤਾਂ ਦੇਣਾ ਸੈਂਟਰ ਦਾ ਫਰਜ਼ ਹੈ ਨਾ। ਉਸ ਤੋਂ ਬਾਅਦ ਸਾਨੂੰ ਦਿਓ ਆਕਸੀਜਨ, ਅਸੀਂ ਚਲਾਉਂਦੇ ਕਿ ਕਿਵੇਂ ਚੱਲਦੇ ਹਸਪਤਾਲ। ਯਾਨੀ ਕਿ ਤੁਸੀਂ ਦਿੱਲੀ ਮਾਡਲ ਇੱਥੇ ਲੈ ਕੇ ਆਓਗੇ? ਬਿਲਕੁਲ 100% ਪਲੱਸ ਉਸ ਤੋਂ ਵੀ ਅੱਛਾ ਇੰਪਰੂਵ ਕਰਕੇ ਲੈ ਕੇ ਆਵਾਂਗੇ, ਕਿਉਂਕਿ ਚੰਡੀਗੜ੍ਹ ਜਿਹੜਾ ਕਿ ਦਿੱਲੀ ਨਹੀਂ ਹੈਗਾ। ਚੰਡੀਗੜ੍ਹ ਬਹੁਤ ਛੋਟਾ ਜਗ੍ਹਾ, 10-12 ਲੱਖ ਦੀ ਪਬਲਿਕ, ਇੱਥੇ ਬਹੁਤ ਅੱਛੀ ਤਰ੍ਹਾਂ ਮੈਨੇਜ ਹੋ ਸਕਦਾ ਹੈ। ਔਰ ਇੱਥੇ ਪੈਸਾ ਵੀ ਬਹੁਤ ਹੈ। 5000 ਕਰੋੜ ਦਾ ਬਜਟ ਹੋਏਗਾ ਘੱਟੋ ਘੱਟ। 5000 ਕਰੋੜ ਤਾਂ ਅਸੀਂ ਜੋ ਮਰਜ਼ੀ ਕਰ ਲਈਏ। ਜੇ ਹੁਣ 5000 ਕਰੋੜ 'ਚ ਤੁਸੀਂ 2000 ਕਰੋੜ ਵੇਸਟ ਕਰ ਰਹੇ ਹੋ, ਉਹੀ 2000 ਕਰੋੜ ਅਸੀਂ ਵੈਲਫੇਅਰ 'ਤੇ ਲਗਾ ਦਈਏ, ਮੈਂ ਕਹਿੰਦਾ ਇਹ ਤਾਂ ਪੈਰਿਸ ਬਣ ਜੇ। ਤੁਸੀਂ ਚੰਡੀਗੜ੍ਹ ਨੂੰ ਕਿਸੇ ਵੀ ਦੁਨੀਆ ਦੇ ਅੱਛੇ ਸਿਟੀ ਦਾ ਮਾਡਲ ਲੈ ਕੇ ਉਹਦੀ ਕਾਪੀ ਕਰ ਲਓ। ਜੇ ਆਪਣੀ ਅਕਲ ਨਹੀਂ ਵੀ ਯੂਜ਼ ਕਰਨੀ, ਤੁਸੀਂ ਕਿਸੇ ਅੱਛੇ ਸਿਟੀ ਦੀ ਕਾਪੀ ਕਰ ਲਓ, ਉਹਦੇ ਮੁਤਾਬਕ ਚੱਲ ਜਾਓ, ਅੱਖਾਂ ਵਿੱਚ ਕੇ ਉਹਦੇ ਮੁਤਾਬਕ ਚੱਲ ਪੜੋ, ਕੋਈ ਦਿੱਕਤ ਨਹੀਂ ਹੈ। ਅੱਛਾ, ਫਿਰ ਪਿਛਲੇ ਦਿਨੀ ਇਹ ਦੌਰ ਰਿਹਾ ਕਿ ਤੁਸੀਂ ਸੰਗਠਨਾਂ ਦੇ ਅਹੁਦੇਦਾਰ, ਪਾਰਟੀਆਂ ਦੇ ਅਹੁਦੇਦਾਰ ਬੜੇ ਸ਼ਾਮਲ ਕੀਤੇ ਨੇ। ਇਹ ਕੀ
ਸਿਸਟਮ? ਦੇਖੋ ਇਸ ਤਰ੍ਹਾਂ ਮੈਂ ਇਸ ਚੀਜ਼ 'ਚ ਨਾ ਵਿਸ਼ਵਾਸ ਨਹੀਂ ਰੱਖਦਾ ਕਿ ਅਸੀਂ ਦੂਸਰੀ ਪਾਰਟੀ ਸ਼ਾਮਲ ਕੀਤੇ। ਹਾਂ ਮੈਂ ਦੱਸ ਰਿਹਾ, ਅਸੀਂ ਦੂਸਰੀ ਪਾਰਟੀਆਂ ਦੇ ਲੋਕਾਂ ਨੂੰ ਤੋੜ ਕੇ ਲੈ ਕੇ ਆਈਏ। ਮੈਂ ਬਿਲਕੁਲ ਵੀ ਇਸ ਚੀਜ਼ ਵਿਸ਼ਵਾਸ, ਕਿਉਂਕਿ ਜੇ ਉਹਨਾਂ ਨੇ ਆ ਕੇ ਇੱਥੇ ਕਰਨਾ ਤਾਂ ਉਹ ਬੀਜੇਪੀ 'ਚ ਜਾਂ ਕਾਂਗਰਸ 'ਚ ਬਹੁਤ ਵਧੀਆ ਸੀਗੇ, ਲੇਕਿਨ ਕੁਛ ਪਾਰਟੀ ਦੇ 'ਚ ਕੁਛ ਬਹੁਤ ਅੱਛੇ ਲੋਕ ਹੈਗੇ ਜਿਹੜੇ ਕੋ ਆਪਣੀ ਪਾਰਟੀ ਦੁਖੀ ਬੈਠੇ ਨੇ, ਜਿਵੇਂ ਚੰਦਰਮੁਖੀ ਸ਼ਰਮਾ ਵੀ ਬਹੁਤ ਇਮਾਨਦਾਰ ਉਹਨਾਂ ਤੇ ਅੱਜ ਤੱਕ ਕਿਸੇ ਵੀ ਚੀਜ਼ ਦਾ ਕੋਈ ਦਾਗ ਨਹੀਂ ਲੱਗਿਆ। 2 ਵਾਰ 15 ਸਾਲਾਂ ਤੋਂ ਮੈਂ ਜਾਣਦਾ, 15 ਸਾਲ। ਹਾਂ ਜਾਣਦੇ ਹੋ ਨਾ, 2 ਵਾਰ ਉਹ ਕੌਂਸਲਰ ਵੀ ਰਹੇ ਨੇ। ਉਹਨਾਂ ਤੇ ਕਿਸੇ ਵੀ 1% ਵੀ ਕਿਸੇ ਨੇ ਕੋਈ ਐਲੀਗੇਸ਼ਨ ਨਹੀਂ ਲਗਾਇਆ, ਠੀਕ ਹੈ ਨਾ। ਉਹ ਉੱਥੇ ਕਾਂਗਰਸ 'ਚ ਉਹਨਾਂ ਦਾ ਦਮ ਘੁੱਟ ਰਿਹਾ ਸੀਗਾ, ਉਹਨਾਂ ਨੂੰ ਅੱਛਾ ਲੱਗਿਆ ਕਿ ਵੀ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈਗੀ, ਅਸੀਂ ਆਈਏ, ਮੇਰੇ ਨਾਲ ਮਿਲੇ, ਸਾਡੇ ਲੀਡਰਸ਼ਿਪ ਨੂੰ ਮਿਲੇ। ਅਸੀਂ ਕਿਹਾ ਵੀ ਅਸੀਂ ਤੁਹਾਨੂੰ ਪੂਰੀ ਰਿਸਪੈਕਟ ਦੇਵਾਂਗੇ, ਤੁਸੀਂ ਦੇਖਿਆ ਵੀ ਹੋਊਗਾ ਉਹਨੂੰ ਅਸੀਂ ਬੜੀ ਰਿਸਪੈਕਟ ਦਿੱਤੀ ਹੈ ਪਾਰਟੀ 'ਚ, ਔਰ ਉਹਨਾਂ ਅਸੀਂ ਚੁਣਾਵ ਦਾ ਪੂਰਾ ਪੂਰੀ ਰਣਨੀਤੀ ਉਹਨਾਂ ਨੇ ਕਿਹਾ ਹੀ ਇਜ਼ ਐਨ ਐਕਸਪੀਰੀਅੰਸ ਪਰਸਨ। ਮੈਂ ਤਾਂ ਕੋਈ ਰਾਜਨੀਤਾ ਨਹੀਂ ਹੈਗਾ, ਮੈਂ ਤਾਂ ਆਈ ਐਮ ਵੈਰੀ ਸਿੰਪਲ ਪ੍ਰੋਫੈਸ਼ਨਲ ਹੈ, ਮੈਂ ਤਾਂ 2 ਔਰ 2 4 ਤਾਂ ਕਰ ਸਕਦਾ, ਲੇਕਿਨ ਇਹ ਰਾਜਨੀਤੀ ਮੈਨੂੰ ਨਹੀਂ ਆਉਂਦੀ। ਅਤੇ ਮੈਨੂੰ ਬਹੁਤ ਅੱਛਾ ਇੱਕ ਚੰਦਰਮੁਖੀ ਜੀ ਨੂੰ ਮਿਲਣ ਨਾਲ ਇੱਕ ਸਾਨੂੰ ਬਹੁਤ ਅੱਛਾ ਇਹ ਸਪੋਰਟ ਮਿਲ ਗਈ ਕਿ ਪੋਲੀਟੀਕਲੀ ਹੀ ਇਜ਼ ਵੈਰੀ ਇੰਟੈਲੀਜੈਂਟ ਪਰਸਨ, ਤਾਂ ਉਹਦੇ ਨਾਲ ਸਾਨੂੰ ਬਹੁਤ ਸਹਾਰਾ ਮਿਲਿਆ। ਸਾਰਾ ਬਹੁਤ ਅੱਛਾ ਸਟ੍ਰੈਟੇਜਿਸਟ। ਚਲੋ ਤੁਸੀਂ ਪਿੰਡਾਂ ਦੀ ਸਾਡੇ ਪ੍ਰਸ਼ਾਂਤ ਕਿਸ਼ੋਰ ਦੀ ਤਰ੍ਹਾਂ ਹੈਗੇ। ਹਾਂ ਸਮਝ ਗਿਆ ਤੁਹਾਡੀ ਗੱਲ। ਤੁਸੀਂ ਪਿੰਡਾਂ ਦੀ ਗੱਲ ਕੀਤੀ ਵੀ 13 ਪਿੰਡ ਸ਼ਾਮਲ ਕੀਤੇ ਹੈ, ਉਹਨਾਂ ਦਾ ਜਾਨੀ ਨਰਕ ਦੇਖਣਾ ਤਾਂ ਉੱਥੇ ਜਾ ਕੇ ਦੇਖ ਲਓ। ਤੁਸੀਂ ਉਹ 'ਚ ਸੁਧਾਰ ਕਿਵੇਂ ਕਰੋਗੇ? ਉਹ ਪਿੰਡਾਂ ਦਾ ਜੋਗਰਾਫੀਆ ਹੋਰ ਹਿਸਾਬ ਦਾ, ਪਿੰਡਾਂ 'ਚ ਇਹ ਜੇ ਚੰਡੀਗੜ੍ਹ ਦੇ ਪਿੰਡ ਮਾਡਲ ਪਿੰਡ ਬਣ ਸਕਦੇ ਨਾ ਤਾਂ ਹੋਰ ਕੋਈ ਨਹੀਂ ਬਣ ਸਕਦਾ। ਹਾਂ ਮੈਂ ਕਿ ਚੰਡੀਗੜ੍ਹ 'ਚ ਇੰਨਾ ਪੈਸਾ ਹੈਗਾ, ਇੰਨਾ ਸਿਸਟਮ ਹੈਗਾ ਯਾਰ। ਸਾਡਾ ਪੜੋਸੀ ਤਾਂ ਕਨਾਲ ਦੀ ਕੋਠੀ 'ਚ ਬੈਠਾ ਹੈ, ਤੁਸੀਂ ਝੋਪੜੀ 'ਚ ਬੈਠੇ ਹੋ, ਤਾਂ ਤੁਹਾਨੂੰ ਲੱਗੂ ਨਾ ਵੀ ਝੋਪੜੀ ਵੱਲ ਨੂੰ ਮੈਂ ਥੋੜ੍ਹਾ ਉੱਪਰ ਲੈ ਕੇ ਜਾਵਾਂ। ਕਿੱਥੇ 11 ਸੈਕਟਰ ਵਰਗਾ ਪੋਸਟ ਸੈਕਟਰ, 9 ਸੈਕਟਰ ਪੋਸਟ ਸੈਕਟਰ, ਉਹਦੇ ਨਾਲੇ ਪਿੰਡ ਬੈਠਾ, ਉਹ ਨਰਕ ਹੈ। ਜੇ 9 ਸੈਕਟਰ ਵਾਲੇ ਉਹ ਪਿੰਡ ਨੂੰ ਅਡਾਪਟ ਕਰ ਲੈ, ਸਮਝੋ ਤੁਸੀਂ 9 ਸੈਕਟਰ ਵਾਲੇ ਉਸ ਪਿੰਡ ਨੂੰ ਅਡਾਪਟ ਕਰਨਾ, 11 ਸੈਕਟਰ ਵਾਲੇ ਪਿੰਡ ਨੂੰ ਅਡਾਪਟ ਕਰਨਾ, ਕਿੰਨੀ ਕੁ ਗੱਲ ਹੈ? ਕਿੰਨਾ ਕੁ ਬਜਟ ਹੋਊਗਾ ਇੱਕ ਪਿੰਡ 'ਚ? ਤੁਹਾਡੇ ਪੜੋਸ 'ਚ ਇੰਨੀ ਸਲਮ ਏਰੀਆ ਬੈਠਾ ਹੈ, ਉਸ ਨੂੰ ਤੁਸੀਂ ਐਡੀ ਵੱਡੇ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੇ ਕਿ 13 ਪਿੰਡਾਂ ਨੂੰ 20 ਪਿੰਡਾਂ ਨੂੰ ਆਪਾਂ ਠੀਕ ਨਹੀਂ ਕਰ ਸਕਦੇ। ਨਹੀਂ, ਕਾਰਪੋਰੇਸ਼ਨ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਜਿਹੜਾ ਪ੍ਰਬੰਧਨ ਸਿਸਟਮ ਹੈ, ਜਿਹੜਾ ਉਹਦਾ ਨਿਰਮਾਣ ਦਾ ਸਟਾਈਲ ਹੈ ਪਿੰਡਾਂ ਦਾ ਜਿਵੇਂ ਹੁੰਦਾ, ਉਹ ਵਿਉਂਤਵੰਤ ਤਰੀਕੇ ਨਾਲ ਨਹੀਂ ਹੈ। ਉੱਥੇ ਬਹੁਤ ਚੀਜ਼ਾਂ ਨਹੀਂ ਜਾ ਸਕਦੀਆਂ। ਦੁਨੀਆ 'ਚ ਬਥੇਰੇ ਐਸੇ ਪਿੰਡ ਔਰ ਸ਼ਹਿਰ ਹੈਗੇ ਜਿਹੜੇ ਕਿ ਅਨਪਲੈਨਡ ਬਣੇ ਹੋਏ ਨੇ। ਪੰਜਾਬ 'ਚ ਵੀ ਦੇਖੋ ਹਰ ਜਗ੍ਹਾ ਤੇ ਪਿੰਡ ਹੁੰਦੀ ਅਨਪਲੈਨਡ ਨਹੀਂ, ਮੈਂ ਜਿਵੇਂ ਕਸਬੇ ਵੀ ਹੈਗੇ, ਕਸਬੇ ਕਿਹੜਾ ਪਲੈਨਡ ਬਣੇ ਹੋਏ ਨੇ। ਗਲੀਆਂ ਨੇ, ਤੁਸੀਂ ਇਵਨ ਲੁਧਿਆਣਾ ਵਗੈਰਾ 'ਚ ਵੀ ਜਾਓਗੇ, ਗਲੀਆਂ ਬਣੀਆਂ ਹੋਈਆਂ ਨੇ ਪੁਰਾਣੀਆਂ, ਅਤੇ ਇਹਦਾ ਮਤਲਬ ਉੱਥੇ ਡਿਵੈਲਪਮੈਂਟ ਹੀ ਨਹੀਂ ਹੋ ਸਕਦੀ। ਅੱਛਾ, ਜਾਨੀ ਬਹਾਨੇਬਾਜ਼ੀ। ਮੈਂ ਤਾਂ ਪੂਰਾ ਰੀਹੈਬਿਲਿਟੇਸ਼ਨ ਕਰਦਾ ਪੂਰੇ ਪਿੰਡਾਂ ਦੀ, ਮੈਨੂੰ ਤੁਸੀਂ ਦਿਓ ਦਾ। ਯਾਨੀ ਕਿ ਬਹਾਨੇਬਾਜ਼ੀ ਹੈ ਦੂਸਰੀ ਪਾਰਟੀ, ਬਹਾਨੇਬਾਜ਼ੀ ਹੈ ਜਾਂ ਸਮਝ ਲਓ ਕਿ ਉਹ ਵਿਜ਼ਨ ਨਹੀਂ ਹੈਗਾ। ਮੈਂ ਇਹ ਨਹੀਂ ਕਹਿੰਦਾ ਕੋਈ ਬੇਈਮਾਨ ਹੈ, ਵਿਜ਼ਨ ਨਹੀਂ ਹੈਗਾ ਆਪਣੇ ਲੋਕਾਂ ਕੋਲ। ਹੁਣ ਤੁਸੀਂ ਕੋਵਿਡ 'ਚ ਦੇਖਿਆ ਵਿਜ਼ਨ ਨਹੀਂ ਹੈਗਾ। ਹੁਣ ਮੈਂ ਅੱਜ ਮੈਂ ਪੜ੍ਹ ਰਿਹਾ ਸੀ UK 'ਚ, ਉਹਨਾਂ ਨੇ ਕੀ ਕੀਤਾ, UK ਦੇ ਪ੍ਰਾਈਮ ਮਿਨਿਸਟਰ ਕਹਿੰਦਾ ਸਾਨੂੰ ਪਹਿਲੀ ਡੋਜ਼ ਦਿਓ। ਪਹਿਲੀ ਡੋਜ਼ ਨਾਲ ਕਮ ਸੇ ਕਮ ਉਹ ਤਾਂ ਹੋ ਜਾਊਗਾ ਨਾ, ਲੋਕਾਂ 'ਚ ਕੋਈ ਇਮਿਊਨਿਟੀ ਹੋ ਜੂਗੀ। ਉਹ ਕਹਿੰਦੇ ਦੂਜੀ ਡੋਜ਼ ਦੀ ਚਿੰਤਾ ਕਰੋ, ਤੁਸੀਂ ਪਹਿਲਾਂ ਸਭ ਨੂੰ ਪਹਿਲੀ ਡੋਜ਼, ਜੇ ਤੁਹਾਡੇ ਕੋਲ ਲਿਮਿਟਡ ਸਟੋਕ ਹੈ ਤਾਂ ਪਹਿਲੀ ਡੋਜ਼ ਤਾਂ ਸਭ ਨੂੰ ਦਿਓ, ਤਾਂ ਕਿ ਘੱਟੋ ਘੱਟ ਮਰਨ ਵਾਲਾ ਜਿਹੜਾ ਹੈਗਾ ਉਹ ਤਾਂ ਕੰਮ ਖਤਮ ਹੋਊਗਾ ਨਾ। ਇਹ ਇੱਕ ਵਿਜ਼ਨ ਦੀ ਗੱਲ। ਆਸਟ੍ਰੇਲੀਆ ਹੈਗਾ, ਆਸਟ੍ਰੇਲੀਆ 'ਚ ਅੱਜ ਇੱਕ ਵੀ ਕੇਸ ਨਹੀਂ ਹੈਗਾ ਕੋਵਿਡ ਦਾ। ਨਿਊਜ਼ੀਲੈਂਡ 'ਚ ਇੱਕ ਵੀ ਕੇਸ ਨਹੀਂ ਹੈ। ਉਹਨਾਂ ਨੇ ਬੜੀ ਅੱਛੀ ਤਰੀਕੇ ਨਾਲ ਪਲੈਨਿੰਗ ਕਰ ਲਈ। ਆਪਣੇ ਇੱਥੇ ਪਲੈਨਿੰਗ ਆਪਣਾ ਤਾਂ ਯੋਜਨਾਬੰਦ ਵਾਲੇ ਸ਼ਹਿਰ 'ਚ ਯੋਜਨਾਬੰਦੀ ਨਹੀਂ। ਤੁਸੀਂ ਦੇਖ ਰਹੇ ਹੋ ਜਦੋਂ ਕੋਵਿਡ ਦੀ ਬਿਲਕੁਲ ਟੋਟਲ ਵੇਵ ਆ ਗਈ, ਉਸ ਵਕਤ ਤੁਹਾਡਾ ਪ੍ਰਾਈਮ ਮਿਨਿਸਟਰ ਜਾਂ ਤੁਹਾਡੇ ਹੋਮ ਮਿਨਿਸਟਰ ਜਾਂ ਤੁਹਾਡੇ ਮਮਤਾ ਜੀ 1-1 ਲੱਖ ਲੋਕਾਂ ਦੀ ਰੈਲੀਆਂ ਕਰ ਰਹੇ ਨੇ। ਮੈਂ ਕਿਹਾ ਇਟ ਇਜ਼ ਨਿਊ ਸੈਂਸ। ਤੁਸੀਂ ਯਾਰ ਇਲੈਕਸ਼ਨ ਨੂੰ 2 ਸਾਲ ਵਾਸਤੇ ਪੋਸਟਪੋਨ ਕਰ 2 ਸਾਲ ਵਾਸਤੇ, ਕਿਹੜੇ ਆਫਤ ਆ ਜੀ? ਇਹ ਮਮਤਾ ਜੀ ਚੀਫ ਮਿਨਿਸਟਰ ਵੈਸੇ ਹੀ ਹੁਣ ਵੀ ਤਾਂ ਬਣੀ ਗਈ ਨਾ, ਜੇ 1 ਸਾਲ ਉਹ ਹੋਰ ਚੀਫ ਮਿਨਿਸਟਰ ਦੀ ਕਿਹੜੀ ਆਫਤ ਆ ਜਾਂਦੀ? ਤੁਸੀਂ ਪ੍ਰੈਜ਼ੀਡੈਂਟ ਰੂਲ ਲਗਾ ਦਿਓ। ਜੇ ਤੁਹਾਨੂੰ ਬਹੁਤ ਜ਼ਿਆਦਾ ਪਾਵਰ ਦਾ ਨਸ਼ਾ ਹੈਗਾ, ਪਾਵਰ ਦਾ ਸ਼ੌਕ ਹੈ, ਤੁਸੀਂ ਪ੍ਰੈਜ਼ੀਡੈਂਟ ਰੂਲ ਲਗਾ ਦਿਓ, UT ਬਣਾ ਦਿਓ ਸਾਰੇ ਕੰਟਰੀ ਨੂੰ, ਗੱਲ ਖਤਮ ਹੋ ਜੇ। ਨਹੀਂ, ਫਿਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣਗੇ, ਫਿਰ ਉਹ ਕਿਵੇਂ ਨਾ ਕਰਵਾਈਏ ਜੀ? ਨਹੀਂ ਹੋਣੇ। ਨਹੀਂ, ਹਾਂ ਬਿਲਕੁਲ ਨਹੀਂ। ਮੈਂ ਜੇ ਕੋਵਿਡ ਹੈ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ BJP 1 ਸਾਲ ਹੋਰ ਰੂਲ ਕਰ ਲੈਂਦੀ ਹੈ MC, ਜਿੰਨਾ ਕੁ ਪਹਿਲਾਂ ਗੰਦ ਪੈ ਗਿਆ 1 ਸਾਲ 'ਚ ਹੋਰ ਗੰਦ ਪੈ ਜਾਊਗਾ, ਕੀ ਫਰਕ ਪੈ ਜਾਊਗਾ? ਲੇਕਿਨ ਤੁਸੀਂ ਲੋਕਾਂ ਦੇ ਜਾਨ ਦੇ ਖੇਲ ਕੇ MC ਦੇ ਇਲੈਕਸ਼ਨ ਇਜ਼ ਨੋਟ ਵੈਰੀ ਇੰਪੋਰਟੈਂਟ ਫਾਰ ਮੀ। ਮੇਰੇ ਵਾਸਤੇ ਲੋਕਾਂ ਦੀ ਜਾਨ ਇੰਪੋਰਟੈਂਟ ਹੈ, ਲੋਕਾਂ ਦੀ ਸੇਫਟੀ ਇੰਪੋਰਟੈਂਟ ਹੈ, ਲੋਕਾਂ ਦੇ ਫੈਸਿਲਿਟੀ ਇੰਪੋਰਟੈਂਟ ਹੈ। ਕੀ ਫਰਕ ਪੈਂਦਾ ਜੇ 1 ਸਾਲ BJP ਹੋ ਰਿਹਾ ਜੀ, ਮੈਨੂੰ ਕੀ ਫਰਕ ਪੈਂਦਾ? ਨਹੀਂ, ਉਹ ਤਾਂ ਠੀਕ ਹੈ, ਉਹ ਤਾਂ ਤੁਰੇ ਤੁਰ। ਜੇ ਹੁਣ ਇਲੈਕਸ਼ਨ ਪ੍ਰਕਿਰਿਆ ਚੱਲ ਰਹੀ ਹੈ, ਨਹੀਂ ਚੱਲ ਰਹੀ ਹੈ, ਲੇਕਿਨ ਨਹੀਂ ਬਿਲਕੁਲ ਹੋਵਾਂਗੇ। ਤੇ ਫਿਰ ਤੁਸੀਂ ਵੈਸੇ ਵੀ ਬਾਈਕਾਟ ਕਰ ਸਕਦੇ ਹੋ। ਇਹ ਗਲਤ ਹੈ। ਨਹੀਂ, ਦੇਖੋ ਬਾਈਕਾਟ ਕਰਨਾ ਤੇ ਇੱਕ ਸਲਾਹ ਦੇਣਾ ਦੋ ਅਲੱਗ-ਅਲੱਗ ਚੀਜ਼ਾਂ। ਜੇ ਮੇਰੀ ਸਲਾਹ ਇਹ ਹੈ ਕਿ ਜੇ ਕੋਵਿਡ ਦਾ ਉਸ ਵਕਤ ਪੋਜੀਸ਼ਨ ਖਰਾਬ ਹੈਗੀ ਚੰਡੀਗੜ੍ਹ 'ਚ, ਤਾਂ ਇਲੈਕਸ਼ਨ ਹੁਣ ਵੀ ਖਰਾਬ ਹੀ 4000 ਨਹੀਂ, ਅਜੇ ਤਾਂ ਅਪ੍ਰੈਲ ਹੈ ਨਾ, ਦਸੰਬਰ ਦੀ ਗੱਲ। ਜੇ ਦਸੰਬਰ 'ਚ ਕੋਵਿਡ ਦੀ ਪੋਜੀਸ਼ਨ ਨਹੀਂ ਠੀਕ ਹੋਈ ਤਾਂ ਸਾਨੂੰ ਇਲੈਕਸ਼ਨ ਜਿਹੜੇ ਹੈਗੇ 6 ਮਹੀਨੇ ਵਾਸਤੇ, ਜਿਵੇਂ ਬਾਕੀ ਐਗਜ਼ਾਮ ਪੋਸਟਪੋਨ ਕਰ ਰਹੇ, ਸਭ ਕੁਝ ਪੋਸਟਪੋਨ, ਇਲੈਕਸ਼ਨ ਵੀ 6 ਮਹੀਨੇ ਵਾਸਤੇ ਪੋਸਟਪੋਨ ਕਰ ਦੇਣਗੇ। ਇਹਦੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਨਹੀਂ, 2 ਗੱਲਾਂ ਨੇ। ਮੰਨ ਲਓ ਸੈਂਟਰ ਚਾਹੁੰਦੀ ਸਾਡੀ ਇੱਥੇ ਭਾਜਪਾ ਦੀ ਸੱਤਾ ਹੈ, ਵੀ ਸਾਡੀ ਫੇਰ ਆਜੂ, ਸ਼ਾਇਦ ਅਸੀਂ ਉਸ ਹਿਸਾਬ ਨਾਲ ਲੈ ਲਈਏ ਦੁਬਾਰਾ ਰਿਪੀਟ ਸੱਤਾ 'ਚ ਆ ਜੀ। ਸੁਣੋ ਤਾਂ ਸਹੀ। ਅੱਛਾ, ਹੁਣ ਉਹ ਤੁਸੀਂ ਕਹਿੰਦੇ ਵੀ
ਜਿਹੜੀ ਕੋਵਿਡ ਦੀ ਲਹਿਰ ਬਹੁਤ ਜ਼ਿਆਦਾ ਆ ਗਈ, ਇਸ ਕਰਕੇ ਇਲੈਕਸ਼ਨ ਕਰਾਉਣੇ ਵਾਜਬ ਨਹੀਂ ਹੈ। ਹਾਂ, ਆਪਣੇ ਵਾਸਤੇ ਜਾਨ ਜ਼ਰੂਰੀ ਹੈ। ਠੀਕ ਹੈ ਜੀ। ਤੇ ਹੁਣ ਫਿਰ ਤੁਸੀਂ ਉਹਨੂੰ ਆਪਦਾ ਵਿਰੋਧ ਦੱਸਣ ਵਾਸਤੇ ਜੇ ਨਹੀਂ ਹਟਦੇ ਤੁਸੀਂ ਬਾਈਕਾਟ ਵੀ ਕਰ ਸਕਦੇ ਹੋ। ਉਹ ਤਾਂ ਮੌਕੇ ਤੇ ਦੇਖੋ, ਜੇ ਇੰਨੀ ਬੁਰੀ ਹਾਲਤ ਹੋਈ ਤਾਂ ਆਈ ਵਾਂਟ ਲਾਈਕ ਟੂ ਬੀ ਅ ਕਾਉਂਸਲਰ। ਮੈਂ ਨਹੀਂ ਚਾਹੂੰਗਾ ਕਿ ਯਾਨੀ ਜੇ ਜ਼ਿਆਦਾ ਮਾਹੌਲ ਖਰਾਬ ਹੈ ਮੈਨੂੰ ਮੇਰੇ ਲੋਕਾਂ ਦੀ ਜਾਨ ਤੁਸੀਂ ਬਾਈਕਾਟ ਕਰ ਸਕਦੇ ਹੋ। ਬਿਲਕੁਲ ਕਰ ਸਕਦੇ। ਜੇ ਇੰਨੀ ਬੁਰੀ ਹਾਲਤ ਹੋਈ ਕਿ ਵੀ ਇੱਥੇ ਰੋਜ਼ 1000 ਲੋਕ ਰੋਜ਼ ਤੁਹਾਡੇ ਉਹਦੇ ਚ ਆ ਰਹੇ ਨੇ, 700-750 ਦੇ ਕਰੀਬ ਐਵਰੇਜ ਆ ਰਹੀ ਹੈ। 700-800 ਜਾਂ ਟਰਾਈ ਸਿਟੀ 2000 ਤੋਂ 2100 ਲੋਕ ਆ ਰਹੇ ਨੇ ਇਸ ਵਕਤ। ਜੇ ਅੱਜ ਤੁਸੀਂ ਕੋਈ ਇਲੈਕਸ਼ਨ ਕਰਨਾ, ਇਟ ਵਿਲ ਬੀ ਨੌਨਸੈਂਸ। ਇਸ ਤੋਂ ਵੱਡੀ ਨਿਊਸੈਂਸ ਕੀ ਹੋਗੀ? ਅੱਜ ਤੁਸੀਂ ਚੰਡੀਗੜ੍ਹ 'ਚ ਇਲੈਕਸ਼ਨ ਕਰਾਉਣਾ ਚਾਹੋ ਤਾਂ ਕੋਈ ਵੀ ਬੰਦਾ ਨਹੀਂ ਮੰਨੇਗਾ ਇਸ ਚੀਜ਼ ਨੂੰ। ਇਟ ਵਿਲ ਬੀ ਸ਼ੀਅਰ ਨੌਨਸੈਂਸ। ਚਲੋ, ਜੇ ਦਸੰਬਰ 'ਚ ਇਹੀ ਗੱਲ ਹੈ, ਮੈਂ ਕਹਿੰਦਾ ਦਸੰਬਰ 'ਚ 200 ਲੋਕ ਵੀ ਰੋਜ਼ ਆ ਰਹੇ ਹੋ ਕੋਵਿਡ ਦੇ, ਤਾਂ ਇਲੈਕਸ਼ਨ ਨਹੀਂ ਹੋਣੇ ਚਾਹੀਦੇ। ਮੈਨੂੰ ਇਲੈਕਸ਼ਨ ਇਜ਼ ਨੋਟ ਇੰਪੋਰਟੈਂਟ। ਮੇਰੇ ਵਾਸਤੇ ਲੋਕਾਂ ਦੀ ਜਿਹੜੀ ਸੇਫਟੀ ਉਹ ਸਭ ਤੋਂ ਇੰਪੋਰਟੈਂਟ ਹੈ ਇਸ ਵਾਰ। ਵੀ ਜਾਨੀ ਜੇ ਇਹ ਹਾਲਾਤ ਰਹੇ ਤਾਂ ਤੁਸੀਂ ਬਾਈਕਾਟ ਕਰ ਸਕਦੇ। ਕੋਈ ਨਹੀਂ, ਬਾਈਕਾਟ ਇਲੈਕਸ਼ਨ ਹੋਣੀ ਨਹੀਂ। ਕੋਈ ਵੀ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਵਾਲੇ ਵੀ ਚਾਹਣਗੇ ਕਿ ਇਲੈਕਸ਼ਨ ਹੋਣ, ਕੋਈ ਨਹੀਂ ਚਾਹੇਗਾ। ਦੇਖੋ ਜੀ, ਆਪਾਂ ਤਾਂ ਤੁਹਾਡੀ ਰਾਏ ਮੰਗਦੇ ਹਾਂ। ਮੇਰੀ ਰਾਏ 100% ਹੈ ਕਾਂਗਰਸ ਦੇਖੋ, ਕਾਂਗਰਸ ਨੇ ਤਾਂ ਆਪਣੇ ਕੋਵਿਡ ਦੇ ਟਾਈਮ ਤੇ ਸਟੇਟਮੈਂਟ ਮੇਰੀ ਐਗਜ਼ੈਕਟਲੀ ਹੈ ਕਿ ਇਸ ਕੋਵਿਡ ਦੇ ਟਾਈਮ ਤੇ ਇਲੈਕਸ਼ਨ ਨਹੀਂ ਹੋਣਾ ਚਾਹੀਦਾ। ਔਰ ਖਾਸ ਕਰ ਐਮਸੀ ਦਾ ਇਲੈਕਸ਼ਨ ਇੰਨੀ ਇੰਪੋਰਟੈਂਟ ਇਲੈਕਸ਼ਨ ਨਹੀਂ ਹੈ ਕਿ ਵੀ ਉਸ ਨੂੰ ਕੋਵਿਡ ਦੇ ਲੋਕਾਂ ਦੀ ਜਾਨ ਤੇ ਖੇਲ ਕੇ ਕੀਤਾ ਜਾਵੇ। ਜੇ ਇਹੀ ਪੋਜੀਸ਼ਨ ਰਹੀ ਤਾਂ ਆਈ ਵਿਲ ਲਾਈਕ ਟੂ ਬਾਈਕਾਟ ਦਾ ਇਲੈਕਸ਼ਨ ਇਨਸਟੈਡ ਆਫ ਟੇਕਿੰਗ ਦਾ ਲਾਈਫ ਆਫ ਦਾ ਪੀਪਲ। ਠੀਕ ਹੈ, ਯਾਨੀ ਕਿ ਤੁਸੀਂ ਫਿਰ ਜੇ ਹੋਇਆ ਤਾਂ ਇੱਥੇ ਸਟੈਂਡ ਬਾਈਕਾਟ ਦਾ ਵੀ ਲੈ ਸਕਦੇ। ਹਾਂ, ਇੰਨਾ ਜੇ ਗਲਤ ਪਰਿਸਥਿਤੀ ਦੇ ਇਲੈਕਸ਼ਨ ਹੁੰਦਾ ਤਾਂ ਚਲੋ ਮੇਰੇ ਮਤਲਬ ਨਹੀਂ। ਇਹ ਤਾਂ ਹੋ ਗਿਆ ਜੇ ਕੋਵਿਡ ਦੀ ਇਹੀ ਧਾਰਾ ਚੱਲ ਰਹੀ ਹੈ ਤਾਂ ਇਹੀ ਪ੍ਰਵਾਹ ਚੱਲ ਰਿਹਾ ਤਾਂ ਤੁਸੀਂ ਉਹ 'ਚ ਬਾਈਕਾਟ ਲੈ ਸਕਦੇ। ਬਾਈਕਾਟ ਲੈ ਸਕਦੇ, ਮਗਰ ਡਿਪੈਂਡਿੰਗ ਔਨ ਦਾ ਸਿਚੁਏਸ਼ਨ। ਹਾਂ, ਮੈਂ ਸਮਝ ਗਿਆ ਤੁਹਾਡੀ ਗੱਲ, ਲੈ ਸਕਦੇ ਹੋ ਇਸੇ ਕਰਕੇ। ਜੇ ਤੁਸੀਂ ਲੜਦੇ ਹੋ ਤਾਂ ਆਮ ਆਦਮੀ ਪਾਰਟੀ ਵਾਸਤੇ ਪਾਵਰ 'ਚ ਆਉਣਾ ਇੰਪੋਰਟੈਂਟ ਨਹੀਂ ਹੈ, ਸਿਸਟਮ ਨੂੰ ਚੇਂਜ ਕਰਨਾ ਇੰਪੋਰਟੈਂਟ। ਮੈਂ ਤਾਂ ਹੁਣ ਬਿਨਾਂ ਪਾਵਰ ਤੋਂ ਰਹਿ ਕੇ ਵੀ ਇੰਨਾ ਕੁਝ ਕਰਵਾ ਦਿੰਦਾ। ਨਹੀਂ, ਠੀਕ ਹੈ ਤੁਹਾਡੀ ਗੱਲ। ਜੇ ਤੁਸੀਂ ਲੜਦੇ ਹੋ ਤਾਂ ਕਿਵੇਂ ਲੜੋਗੇ? ਕਿੰਨੇ ਪਰਸੈਂਟ ਤੁਹਾਡੀ ਮਹਿਲਾਵਾਂ ਨੂੰ ਵਧਾਓਗੇ? 33% ਤਾਂ ਹੈ, ਉਹ 'ਚ ਮਹਿਲਾਵਾਂ ਦੀ ਟਿਕਟ ਜ਼ਿਆਦਾ ਹੋ ਸਕਦੀ ਹੈ। ਜੋ ਵੀ ਐਜ ਪਰ ਸਿਸਟਮ ਬਣੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵੀ 12 ਸੀਟਾਂ। ਹਾਂਜੀ, 12 'ਚ ਹੈਗੀਆਂ। 12 ਮੀਨਸ 12 ਰਿਜ਼ਰਵ ਹੈ। ਹਾਂ, 1/3 ਹੋ ਹੀ ਗਿਆ। ਹਾਂਜੀ, 12 ਤੇ ਉਹ ਤੁਸੀਂ ਕੀ ਤਾਂ ਵੱਧ ਕੇ ਕਹਿ ਦੋ ਵੀ ਨਹੀਂ। ਜੇ ਅੱਛੇ ਕੈਂਡੀਡੇਟ ਮਿਲਣਗੇ, ਮੈਂ ਤਾਂ ਕਹਿੰਦਾ 35 ਤੋਂ 35 ਅਸੀਂ ਲੇਡੀਜ਼ ਲਿਆ ਸਕਦੇ। ਜੇ ਸਾਨੂੰ ਦਿਓ ਅੱਛੇ ਕੋਈ ਕੈਂਡੀਡੇਟਸ, ਅੱਛੇ ਕੋਈ ਪੜ੍ਹੀ ਲਿਖੇ ਔਰ ਸਮਝਦਾਰ ਔਰ ਓਨੈਸਟ ਕੈਂਡੀਡੇਟ ਦਿਓ। ਮੈਂ ਤਾਂ 35 ਤੋਂ 35 ਲੇਡੀਜ਼ ਨੂੰ ਖੜਾ ਕਰ ਦੂੰਗਾ। ਮੈਨੂੰ ਕੋਈ ਖੁਦ ਨੂੰ ਜਾਂ ਸਾਡੇ ਚੰਦਰਮੁਖੀ ਜੀ ਨੂੰ ਕਿਸੇ ਨੂੰ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਕੋਈ ਐਮਸੀ ਬਣੀਏ। ਚਲੋ, ਕਹਿਣ ਦਾ ਮਤਲਬ ਯੋਗਤਾ ਦੇ ਹਿਸਾਬ ਨਾਲ ਹੈ। ਜੋ ਵੀ ਚਾਹੇ ਉਹ ਦਲਿਤ ਸਮਾਜ ਤੋਂ ਆਵੇ, ਚਾਹੇ ਉਹ ਸਵਰਨ ਸਮਾਜ ਤੋਂ ਆਵੇ, ਚਾਹੇ ਲੇਡੀਜ਼ ਹਨ, ਕੋਈ ਵੀ ਆਵੇ, ਹੀ ਔਰ ਸ਼ੀ ਸ਼ੁੱਡ ਬੀ ਓਨੈਸਟ। ऑनेस्ट ਤੇ ਯੋਗਤਾ, ਹਾਂ, ਮਗੇ ਕੈਪੇਬਲ ਹੋਵੇ ਔਰ ਓਨੈਸਟ ਹੋਵੇ। ਮੇਰੇ ਵਾਸਤੇ ਕੋਈ ਵੀ ਕਿਸੇ ਵੀ ਪਾਰਟੀ ਤੋਂ ਆ ਜਾਏ, ਹੀ ਇਜ਼ ਵੈਲਕਮ। ਸਰ, ਚਲੋ ਤੁਸੀਂ ਪਿੰਡਾਂ ਦਾ ਬਾਵਾ, ਕੁਝ ਪਿੰਡਾਂ ਦੀ ਕਾਫੀ ਜ਼ਿਕਰ ਕੀਤਾ ਵੀ ਨਰਕ ਆ, ਉਹਨਾਂ ਲਈ ਕੋਈ ਖਾਸ ਯੋਜਨਾ ਕੀ ਰਹੂਗੀ? ਨਹੀਂ, ਪਿੰਡਾਂ ਤੇ ਦੇਖੋ, ਪਿੰਡਾਂ 'ਚ ਉਹੀ 5 ਚੀਜ਼ਾਂ ਜਾਂਦੇ, ਹਰ ਇੱਕ ਜਗ੍ਹਾ ਤੇ 5 ਚੀਜ਼ਾਂ ਜਾਂਦੀਆਂ। ਨਹੀਂ, ਪਿੰਡਾਂ 'ਚ ਕੀ ਹੈ ਕਿ ਇੱਕ ਤਾਂ ਸਫਾਈ, ਹਾਈਜਨ। ਪਿੰਡਾਂ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਹਾਈਜਨ। ਤੁਸੀਂ ਦੇਖੋ, ਜਦੋਂ ਬਾਰਿਸ਼ ਹੁੰਦੀ ਨਾ, ਛੱਪੜ ਬਣ ਜਾਂਦਾ ਪੂਰਾ ਪਿੰਡ, ਮੱਛਰ। ਤੇ ਉਹ ਚੀਜ਼ ਸਭ ਤੋਂ ਪਹਿਲਾਂ ਤਾਂ ਉਹ ਚੀਜ਼ ਰੋਕਣੀ ਮੈਨੇ। ਓਕੇ ਜੀ। ਕਿ ਉੱਥੇ ਜਿਹੜਾ ਬਾਰਿਸ਼ਾਂ ਦੇ ਦਿਨਾਂ 'ਚ ਜਿਹੜਾ ਨਰਕ ਬਣਦਾ ਨਾ, ਅਸਲੀ ਨਰਕ ਬਾਰਿਸ਼ਾਂ ਦੇ ਦਿਨਾਂ 'ਚ ਹੁੰਦਾ। ਕਿਚੜ ਹੋ ਰਿਹਾ, ਲੋਕ ਵਿੱਚ ਉਹਦੇ 'ਚ ਲੰਘ ਰਹੇ ਨੇ, ਉੱਥੇ ਮੱਛਰ ਹੋ ਰਿਹਾ, ਡੇਂਗੂ ਹੋ ਜਾਂਦਾ। ਇੱਕ ਤਾਂ ਪਹਿਲੀ ਤੇ ਚਲੋ, ਇੱਕ ਸਫਾਈ ਹੋ ਗਈ। ਹਾਂ, ਦੂਜਾ ਪੀਣ ਵਾਲਾ ਪਾਣੀ ਸਾਫ਼ ਮਿਲੇ ਜੀ। ਪੀਣ ਵਾਲਾ ਪਾਣੀ ਪਿੰਡਾਂ 'ਚ ਹੋਣਾ ਚਾਹੀਦਾ, ਸਭ ਵਾਸਤੇ ਪੋਰਟੇਬਲ ਵਾਟਰ ਮਿਲਣਾ ਚਾਹੀਦਾ ਜੀ। ਇਹ ਨਹੀਂ ਕਿ ਉਹ ਲੋਕ ਟੋਬਿਆਂ ਤੋਂ ਪਾਣੀ ਪੀ ਰਹੇ ਨੇ ਜਾਂ ਗੰਦਿਆਂ ਨਲਕਿਆਂ ਤੋਂ ਪਾਣੀ। ਤੀਜਾ ਸੀਵਰੇਜ ਜੀ। ਸੀਵਰੇਜ ਜਿਸ ਤਰ੍ਹਾਂ ਵੀ ਪੋਸੀਬਲ ਹੋਵੇ, ਸੀਵਰੇਜ ਪਿੰਡਾਂ 'ਚ ਪਾਈ ਜਾਵੇ ਤਾਂ ਕਿ ਲੋਕ, ਹੁਣ ਆਪਾਂ ਸਵੱਛ ਭਾਰਤ ਦੀ ਗੱਲ ਕਰਦੇ ਹਾਂ, ਲੇਕਿਨ ਲੋਕ ਪੁਰਾਣੀਆਂ ਖੁੱਡੀਆਂ 'ਚ ਬੈਠ ਕੇ ਜੇ ਸਵੇਰੇ ਜਾ ਰਹੇ ਹਾਂ ਤਾਂ ਨਹੀਂ ਹੈ ਓਪਨ। ਚੰਡੀਗੜ੍ਹ ਸਮਾਰਟ ਸਿਟੀ ਹੈ ਜੀ, ਫਿਰ ਵੀ ਪਿੰਡ ਦੇ ਮਾੜੇ। ਹਾਂ, ਸਮਾਰਟ ਸਿਟੀ। ਤੁਸੀਂ ਟਾਇਲਟ, ਤੁਸੀਂ ਤੁਹਾਡੀ ਪਤਨੀ ਜਾਂ ਤੁਹਾਡੀ ਬੇਟੀ ਓਪਨ 'ਚ ਜਾ ਰਹੀ ਹੋਵੇ ਜਾਂ ਉਹ ਖੁੱਲੀ ਖੁੱਡੀ 'ਚ ਜਾ ਰਹੀ ਹੋਵੇ, ਉਹਦਾ ਤਾਂ ਕੋਈ ਤੁੱਕ ਨਹੀਂ ਬਣਦੀ। ਇਸ ਵਕਤ ਤਾਂ ਕੋਈ ਤੁੱਕ ਨਹੀਂ ਬਣਦੀ ਜੀ। ਇਟ ਸ਼ੁੱਡ ਵੀ, ਟਾਇਲਟਸ ਤਾਂ ਬਹੁਤ ਸਾਫ਼ ਸੁਥਰੇ ਹੋਣੇ ਚਾਹੀਦੇ। ਮੈਂ ਤਾਂ ਇਹ ਕਹਿੰਦਾ, ਹਮੇਸ਼ਾ ਮੈਂ ਆਪਣੇ ਵਾਸਤੇ ਮੰਗਦਾ, ਭਗਵਾਨ ਕਿਤੇ ਵੀ ਰੱਖੀ ਮੈਨੂੰ ਇੱਕ, ਮੇਰੇ ਰਹਿਣ ਵਾਸਤੇ ਇੱਕ ਕਮਰਾ ਔਰ ਇੱਕ ਟਾਇਲਟ ਬੜੀ ਸਾਫ਼ ਸੁਥਰੀ ਜੀ ਹੋਵੇ ਜੀ। ਤਾਂ ਹਰ ਇੱਕ ਵਾਸਤੇ ਹੋਵੇ, ਨੋਟ ਓਨਲੀ ਫॉर मी। ਮੈਂ ਹਰ ਇੱਕ ਆਪਣਾ, ਚਾਹੇ ਕੋਈ ਗਰੀਬ ਤੋਂ ਗਰੀਬ ਹੈ, ਉਹਨੂੰ ਇੱਕ ਟਾਇਲਟ, ਇੱਕ ਛੋਟੀ ਜਿਹੀ ਰਸੋਈ ਔਰ ਇੱਕ ਸੌਣ ਵਾਸਤੇ ਕਮਰਾ, ਇਹ ਤਾਂ ਘੱਟੋ ਘੱਟ ਹਰ ਇੱਕ ਨੂੰ। ਮੁੱਢਲੀ ਲੋੜ ਤਾਂ ਪੂਰੀ। ਮਗਰ ਇਹ ਮੈਂ ਇਹ ਕਹਿੰਦਾ ਫੰਡਾਮੈਂਟਲ ਰਾਈਟ ਹੈ। ਚਾਹੇ ਬੰਦਾ ਗਰੀਬ ਹੈ ਯਾਰ, ਚਾਹੇ ਸਟੇਟ ਸਾਰੇ ਕਮਰੇ ਬਣਾ ਕੇ ਦੇਵੇ, ਇੱਕ ਕਮਰਾ ਹਰ ਇੱਕ ਇਨਸਾਨ ਨੂੰ, ਇੱਕ ਉਹਦੇ ਨਾਲ ਛੋਟੀ ਜਿਹੀ ਕਿਚਨੇਟ ਜਿੱਥੇ ਉਹ ਆਪਣਾ ਸਟੋਵ ਜਾਂ ਰੱਖ ਸਕੇ, ਗੈਸ ਰੱਖ ਸਕੇ, ਇੱਕ ਬਾਥਰੂਮ। ਇਹ ਸਭ ਵਾਸਤੇ ਹੋਣਾ ਚਾਹੀਦਾ। ਮੈਂ ਬਹੁਤ ਕੰਟਰੀ ਦੇਖਿਆ, ਉਹ ਸਟੇਟ ਹਾਊਸਿਸ ਹੁੰਦੇ ਨੇ, ਸਟੇਟ ਹਾਊਸ ਲੋਕਾਂ ਨੂੰ ਦੇ ਦਿੰਦੇ ਵੀ ਠੀਕ ਹੈ, ਤੁਸੀਂ ਆਪਣਾ ਕਿਰਾਇਆ ਦੇ ਚਲੋ 200-400 ਰੁਪਏ, ਆਪਣਾ ਰਹੀ ਚੱਲੋ। ਕਾਰਪੋਰੇਸ਼ਨ ਦੇ ਮੇਨ ਮੁੱਦਿਆਂ 'ਚ ਦੋ ਆਉਂਦੇ ਨੇ, ਪਾਣੀ ਦਾ। ਨਹੀਂ, ਕਾਰਪੋਰੇਸ਼ਨ ਦਾ ਇੱਕ ਬਹੁਤ ਵੱਡਾ, ਚੰਡੀਗੜ੍ਹ ਦਾ ਬਹੁਤ ਵੱਡਾ ਮੁੱਦਾ ਹੈ ਚੰਡੀਗੜ੍ਹ ਹਾਊਸਿੰਗ ਬੋਰਡ। ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਸ ਜਿਹੜੇ ਹੈਗੇ,
ਇਹਨਾਂ ਦੀ ਨੀਡ ਬੇਸਡ ਜਿਹੜੀ ਚੇਂਜ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ। 65,000 ਲੋੜ ਦੇ ਆਧਾਰ ਤੇ ਜਿਹੜੇ ਬਦਲਾਅ ਹੋਣੇ, 65,000 ਲੋਕ ਜਿਹੜੇ ਹੈਗੇ ਇਫੈਕਟਡ ਹੈਗੇ। ਮੈਨੇ ਪਿੱਛੇ ਮੈਂ ਚੰਡੀਗੜ੍ਹ ਹਾਊਸਿੰਗ ਬੋਰਡ ਦੇ CEO ਸਾਹਿਬ ਨੂੰ ਯਸ਼ਪਾਲ ਗਰਗ ਜੀ ਨੂੰ ਮਿਲਿਆ ਸੀ, ਉਹਨਾਂ ਨੂੰ ਮੈਂ ਪੂਰਾ ਲਿਖ ਕੇ ਦੇਖਿਆ ਕਿ ਇਹ ਜਿਹੜੇ ਢਾਣ ਵਾਲਾ ਕੰਮ ਹੈ ਨਾ, ਇਹਨੂੰ ਤੁਸੀਂ 5-10 ਸਾਲ ਵਾਸਤੇ ਰੋਕ ਦਿਓ, ਕਿਉਂਕਿ ਲੋਕ ਰਹਿ ਕੋਈ ਆਫਤ ਆ ਨਹੀਂ ਰਹੀ, ਬਣਨਗੇ ਤਾਂ ਬਣ ਗਏ, ਠੀਕ ਹੈ। ਇਸ ਤੋਂ ਵਧੀਆ ਤਰੀਕਾ ਕੀ ਹੁਣ, ਕਿਉਂਕਿ 40-40 45-45 ਸਾਲ ਪੁਰਾਣੇ ਫਲੈਟ ਹੋ ਗਏ ਜੀ, ਬਿਲਕੁਲ ਇਹ ਹੁਣ ਡਿਮੋਲਿਸ਼ ਹੋਣ ਵਾਲੀ ਕੰਡੀਸ਼ਨ 'ਚ ਹੋ ਗਏ ਮੋਸਟਲੀ, ਠੀਕ ਹੈ ਨਾ। ਕਿਸੇ ਨਾ ਕਿਸੇ ਟਾਈਮ ਤੱਕ ਡਿਮੋਲਿਸ਼ ਹੋਣਗੇ। ਇਹ ਮੇਰੀ ਸਲਾਹ ਹੈ ਕਿ ਇਹ 3 ਮੰਜ਼ਿਲ ਹੈਗੇ ਸਾਰੇ ਜੀ, ਠੀਕ ਹੈ। ਤੁਸੀਂ ਪ੍ਰਾਈਵੇਟ ਪਲੇਸ ਨੂੰ ਲਿਆ ਕੇ ਇਹਨੂੰ 7 ਮੰਜ਼ਿਲਾ ਅਲਾਉ ਕਰ ਦਿਓ, ਉਹਦੀ ਕੀ 3 ਮੰਜ਼ਿਲਾ ਤਾਂ 3 ਲੋਕਾਂ ਨੂੰ ਮਿਲ ਜਾਏਗਾ ਜੀ। ਜਿਹੜੇ ਉੱਪਰ ਵਾਲੇ 4 ਮੰਜ਼ਿਲ ਉਹਦੇ 'ਚ 2 ਮੰਜ਼ਿਲਾਂ ਜਿਵੇਂ ਉਹ ਲੈ ਜਾਏਗਾ, ਡਿਵੈਲਪਰ ਲੈ ਜਾਏਗਾ, ਉਹ ਵੇਚ ਲੈ, 2 ਮੰਜ਼ਿਲਾ ਐਡਮਿਨਿਸਟ੍ਰੇਸ਼ਨ ਲੈ, ਉਹਦੇ ਨਾਲ ਕਿ ਕਿੰਨੀ ਜ਼ਿਆਦਾ ਡਿਵੈਲਪਮੈਂਟ ਚੰਡੀਗੜ੍ਹ 'ਚ ਹੋ ਜਾਏਗੀ। ਜਿਹੜੀ ਪਬਲਿਕ ਸ਼ੇਅਰਿੰਗ ਵਾਲੀ ਗੱਲ ਕਰਦੇ, ਪਬਲਿਕ ਸ਼ੇਅਰਿੰਗ ਵਾਲੇ ਉਹਦੇ ਕਿ ਸਭ ਨੂੰ ਨਵੇਂ ਘਰ ਵੀ ਮਿਲ ਜਾਣਗੇ, ਜਿਹੜੇ ਰਹਿ ਰਹੇ ਉਹਨਾਂ ਨੂੰ ਕੋਈ ਪੈਸੇ ਨਹੀਂ ਲੱਗੇ। ਬੰਬੇ 'ਚ ਵਗੈਰਾ 'ਚ ਬਹੁਤ ਜਗ੍ਹਾ 'ਤੇ ਇਹ ਚੀਜ਼ ਹੋ ਰਹੀ ਹੈ, ਉਹਦੀ ਥੋੜੀ ਹਾਈਟ ਅਲਾਉ ਕਰ ਦਿਓ। ਤੇ ਜਿਹੜੀ ਤੁਹਾਡੇ ਹਿਸਾਬ ਨਾਲ ਹਾਊਸਿੰਗ ਬੋਰਡ 63 ਸੈਕਟਰ ਬਣੇ, 63 ਸੈਕਟਰ 7 ਮੰਜ਼ਿਲਾ ਬਣੇ ਨੇ, ਹਾਂ ਠੀਕ ਹੈ। ਇਸ ਤਰ੍ਹਾਂ 7 ਮੰਜ਼ਿਲਾ ਅਲਾਉ ਕਰ ਦਿਓ ਚੰਡੀਗੜ੍ਹ ਦੇ ਵਿੱਚ। ਉਹਦੇ ਅਗਲੇ 10 ਸਾਲ ਤੁਹਾਨੂੰ ਮੈਂ ਅਗਲੇ 10 ਸਾਲ ਤੱਕ ਤੁਹਾਨੂੰ ਟੈਕਸ ਲਗਾਉਣ ਦੀ ਲੋੜ ਹੀ ਨਹੀਂ ਪਏਗੀ। ਉਸ ਲਈ ਇੰਨੀ ਇਕਨੋਮਿਕ ਡਿਵੈਲਪਮੈਂਟ ਹੋ ਜਾਏਗੀ ਚੰਡੀਗੜ੍ਹ 'ਚ ਕਿ ਇੰਨੀਆਂ ਨੌਕਰੀਆਂ ਨਿਕਲਣਗੇ, ਇੰਨੇ ਇਕਨੋਮਿਕ ਡਿਵੈਲਪਮੈਂਟ ਹੋ ਜਾਏਗੀ। ਤੁਸੀਂ ਦੇਖੋ ਕਿ 60-70-80 ਹਜ਼ਾਰ 1 ਲੱਖ ਫਲੈਟ ਜੋ ਬਣਨਗੇ ਤਾਂ ਕਿੰਨੀ ਡਿਵੈਲਪਮੈਂਟ ਹੋਏਗੀ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਹੋਰ ਮੁੱਦਿਆਂ ਦੇ ਨਾਲ ਜਿਹੜਾ ਹਾਊਸਿੰਗ ਬੋਰਡ ਦਾ ਬਹੁਤ ਵੱਡਾ। ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਦਾ। ਹੁਣ ਜਿਵੇਂ 40 ਸਾਲ ਪਹਿਲਾਂ ਤੁਹਾਨੂੰ ਫਲੈਟ ਅਲਾਟ ਹੋਇਆ 3ਜੀ ਮੰਜ਼ਿਲ ਤੇ ਜਾਂ 2ਜੀ ਮੰਜ਼ਿਲ ਤੇ, ਹੁਣ 40 ਸਾਲ ਤੁਹਾਡੇ ਵੱਲ ਤਾਂ ਕੰਮ ਨਹੀਂ ਕਰਨਗੀਆਂ ਜੀ। ਤੁਹਾਨੂੰ ਲਿਫਟ ਚਾਹੀਦੀ ਹੈ, ਲਿਫਟਾਂ ਤਾਂ ਹੈ ਨਹੀਂ ਜੀ। ਤੇ ਹੁਣ ਉਹ ਵਿਚਾਰੇ ਬਜ਼ੁਰਗ ਜਿਹੜੇ ਕਿ 70 ਸਾਲ ਦੇ 80 ਸਾਲ ਦੇ ਵਿਚਾਰੇ ਨੂੰ 3 ਮੰਜ਼ਿਲ ਉੱਤਰ ਕੇ ਕਿੱਥੇ ਆਉਣਗੇ, ਕਿਵੇਂ ਆਉਣਗੇ? ਇਹਨਾਂ ਲਿਫਟਾਂ ਲਗਾਉਣ ਦੀ ਪ੍ਰੋਵੀਜ਼ਨ ਕਰਨ, ਪਰਮਿਸ਼ਨ ਦੇ ਦੇਣਗੇ, ਠੀਕ ਹੈ ਲਗਾਓ ਲਿਫਟਾਂ, ਕੋਈ ਗੱਲ ਯਾਰ। ਹੁਣ ਇਸ ਕਰਕੇ ਮੈਂ ਕਹਿੰਦਾ ਕਿ ਉਹ ਫਲੈਟਸ ਜਿਹੜੇ ਹੁਣ ਲਿਫਟਾਂ ਵਾਲੇ ਹੀ ਬਣਨਗੇ। ਨਹੀਂ, ਲੀ ਕਾਰਬੂਜ ਦੇ ਪਲਾਨ ਦੇ ਮੁਤਾਬਕ 3 ਮੰਜ਼ਿਲਾਂ ਤੋਂ ਉੱਪਰ ਤਾਂ ਜਾ ਹੀ ਨਹੀਂ ਸਕਦੇ ਸਰ। ਨਹੀਂ 63 ਸੈਕਟਰ ਗਏ ਹੋ ਨਾ ਤੁਸੀਂ। ਅੱਛਾ, ਅੱਗੇ ਜਾ ਕੇ ਹਾਂ ਤੁਸੀਂ ਹਾਈਟ ਥੋੜੀ ਜਿਹੀ ਅਲਾਉ ਕਰ ਦਿਓ। ਇਸ ਤੇ ਬੂਥ ਦਾ ਹੈਗਾ, ਬੂਥ ਜਿੰਨੇ ਬੂਥਸ ਹੈਗੇ ਉਹਦੇ ਉੱਪਰ ਤੁਸੀਂ 1 ਫਲੋਰ ਅਲਾਉ ਕਰ ਦਿਓ, ਤੁਹਾਨੂੰ ਕਰੋੜਾਂ ਅਰਬਾਂ ਰੁਪਏ ਆ ਜਾਏਗਾ। ਨਾਲੇ ਲੋਕ ਸ਼ੁਗਰ ਨਾਲ, ਕਿਉਂਕਿ ਦੇਖੋ ਨਾ ਇੱਕ ਦੁਕਾਨ ਹੈਗੀ ਉਹ ਸਟੋਰ ਕਰਨ ਵਾਸਤੇ ਜਗ੍ਹਾ ਹੀ ਨਹੀਂ ਹੈਗੀ। ਤੁਸੀਂ ਇੱਥੇ ਨੀਚੇ ਬੂਥ ਦੇਖੋ ਭਰੇ ਪਏ ਨੇ, ਉਹਦੇ ਉੱਪਰ ਜੇ ਤੁਸੀਂ ਇੱਕ ਬਾਕਸ ਟਾਈਪ ਉਹ ਅਲਾਉ ਕਰ ਦੋਗੇ ਸਟੋਰ, ਤਾਂ ਅਗਲਾ ਉੱਪਰ ਸਟੋਰ ਉਹਦੇ 'ਚ ਤੁਹਾਨੂੰ ਇੱਕ ਬੂਥ ਤੋਂ 10-10 ਲੱਖ ਰੁਪਏ ਵੀ ਆਰਾਮ ਨਾਲ। ਚਲੋ ਯਾਨੀ ਕਿ ਤੁਹਾਡੇ ਕੋਲੇ ਬਹੁਤ ਐਸੀਆਂ ਯੋਜਨਾਵਾਂ ਨੇ ਕਿ ਚੰਡੀਗੜ੍ਹ ਦੀ ਆਰਥਿਕਤਾ ਵੀ ਸੈੱਟ ਹੋ ਜਾਏਗੀ। ਟੈਕਸ ਲਗਾਉਣ ਦੀ ਲੋੜ ਨਹੀਂ। ਮੇਰੀ ਗਰੰਟੀ ਹੈ ਜੇ ਸਾਡੇ ਕੋਲੇ ਆ ਜਾਂਦਾ ਆਮ ਆਦਮੀ ਪਾਰਟੀ ਕੋਲ MC, ਅਸੀਂ ਅਗਲੇ 10 ਸਾਲ ਤੱਕ ਟੈਕਸ ਬਿਲਕੁਲ ਵੀ ਨਹੀਂ ਲਗਾਵਾਂਗੇ। ਜੋ ਅੱਜ ਹੈਗਾ ਇਸ ਤੋਂ 1 ਰੁਪਏ ਵੀ ਨਹੀਂ ਵਧੇਗਾ। ਜਿਵੇਂ ਦਿੱਲੀ 'ਚ ਅਸੀਂ 1 ਰੁਪਏ ਵੀ ਟੈਕਸ ਨਹੀਂ ਵਧਾਇਆ, ਕਿਸੇ ਵੀ ਚੀਜ਼ 'ਤੇ ਨਹੀਂ ਵਧਾਇਆ। ਇਸ ਲਈ ਚੰਡੀਗੜ੍ਹ 'ਚ ਗਰੰਟੀ ਹੈ ਮੇਰੀ ਕਿ 10 ਸਾਲ ਤੱਕ ਅਸੀਂ ਕੋਈ ਟੈਕਸ, ਜੋ ਰੇਟ ਤੁਸੀਂ ਸਾਨੂੰ ਉਸ ਡੇਟ ਨੂੰ ਦਿਓਗੇ ਉਸ ਤੋਂ 1 ਵੀ ਰੁਪਇਆ 10 ਸਾਲ ਤੱਕ ਨਹੀਂ ਵਧਾਵਾਂਗੇ ਅਸੀਂ, ਗਰੰਟੀ ਹੈ। ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ। ਲੋਕ ਕਰ ਮੁਕਤ ਹੋ ਜਾਣ। ਮੇਰਾ ਗਲਾ ਕੱਟ ਦਿਓ ਜੇ ਅਸੀਂ ਤੁਹਾਡਾ ਟੈਕਸ ਵਧਾ ਦਈਏ ਕਿਤੇ ਵੀ। ਅੱਛਾ ਜੀ, ਚਲੋ ਇੰਨੇ ਤਰੀਕੇ ਨਾਲ। ਇੱਕ ਤਾਂ ਤੁਹਾਡਾ ਇਹ ਹੋ ਗਿਆ ਕਿ ਲੋਕਾਂ ਨੂੰ ਇਹੋ ਜਿਹੀਆਂ ਯੋਜਨਾਵਾਂ ਤੁਹਾਡੇ ਕੋਲ ਹੈਗੀਆਂ ਕਿ ਇਹ 'ਚ ਕਰ ਤਾਂ ਲਾਉਂਗੇ। ਅੱਛਾ, ਦੂਸਰਾ ਇੱਕ ਹੋਰ ਸ਼ਬਦ, ਜੋ ਵੀ ਤੁਸੀਂ ਕੰਮ ਕਰਦੇ ਹੋ ਨਾ ਉਹ ਲੋਕਾਂ ਨੂੰ ਪੁੱਛ ਕੇ ਕਰੋ, ਲੋਕਾਂ ਨੂੰ ਸ਼ਾਮਿਲ ਕਰਕੇ। ਹੁਣ ਜੋ ਬਿਜਲੀ ਬੋਰਡ ਦੀ ਪ੍ਰਾਈਵੇਟਾਈਜੇਸ਼ਨ ਕਰਤੀ, ਇੱਕ ਵੀ ਚੰਡੀਗੜ੍ਹ ਦੇ ਬੰਦੇ ਨੇ ਕਹਿ ਕੇ ਕਰੋ, ਕਿਹਨੂੰ ਪੁੱਛ ਕੇ ਕੀਤੀ ਹੈ? 2 ਅਫਸਰਾਂ ਦੇ ਦਿਮਾਗ 'ਚ ਹੈਗਾ ਜੀ ਕਰਨੀ ਤਾਂ ਕਰਨੀ ਹੈ। ਤੇ ਪਾਣੀ ਦੇ ਰੇਟ ਵਧੇ, ਉਹ ਪਾਣੀ ਦੇ ਰੇਟ ਵਧਾ ਕੇ ਤੁਸੀਂ ਲੋਕਾਂ ਕੋਲੋਂ ਤਾਂ ਪੁੱਛੋ ਨਾ ਯਾਰ। ਤੁਸੀਂ 500 ਕਰੋੜ ਦਾ ਲੋਨ ਲੈ ਲਓ, ਕੋਈ ਕਿਸੇ ਚੰਡੀਗੜ੍ਹ ਦੇ ਕਿਹੜੇ ਬੰਦੇ ਨੇ ਤੁਹਾਨੂੰ ਕਿਹਾ 500 ਦਾ ਲੋਨ ਲਓ, ਤੁਸੀਂ 500 ਕਰੋੜ ਦਾ ਲੋਨ ਲਓ। ਆਫਟਰ ਤੁਸੀਂ ਜਿਹੜੇ ਇਲਾਕੇ 'ਚ ਕੁਝ ਹੁਣ ਇੱਥੇ ਲਾਈਟਾਂ ਲਗਾਈ ਜਾਣ, ਇੱਕ ਤੁਸੀਂ ਹੁਣ ਦੇਖੋਗੇ ਇੱਕ ਵੱਡੀ ਲਾਈਟ ਹੋਰ ਲਗਾ ਰਹੇ ਨੇ, ਕਿਸੇ ਕੋਲ ਪੁੱਛਿਆ ਤੁਸੀਂ? ਯਾਨੀ ਲੋਕਾਂ ਨੂੰ ਸ਼ਾਮਿਲ ਕਰਨਾ ਚਾਹੀਦਾ, ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ। ਪੇੜ ਮਰ ਰਹੇ ਨੇ, ਦਿਮਕ ਲੱਗੀ ਯਾਰ, ਦਿਮਕ ਦਾ ਕਰੋੜਾਂ ਰੁਪਏ ਦਾ ਇਹਨਾਂ ਦੇ ਬਜਟ ਹੈਗਾ, 13 ਕਰੋੜ ਰੁਪਏ ਪਲਾਂਟੇਸ਼ਨ ਤੇ ਇਹਨਾਂ ਨੇ ਇਸ ਵਾਰੀ ਖਰਚਿਆ। ਮੈਂ ਕਿੰਨੇ ਕੁ ਪਲਾਂਟ ਵਧੇ ਨੇ ਮੈਨੂੰ ਤਾਂ ਕੋਈ ਦਿਖ ਨਹੀਂ ਰਿਹਾ। ਚਲੋ ਤੁਹਾਡੇ ਕੋਲ ਯੋਜਨਾਵਾਂ ਬਹੁਤ ਨੇ, ਜਿਹਦੀ ਕਰਕੇ ਇਹ ਵੀ ਚੰਡੀਗੜ੍ਹ ਦੇ ਵਿੱਚ ਵੀ ਇਮਾਨਦਾਰੀ ਦੀਆਂ ਯੋਜਨਾਵਾਂ, ਇਹੀ ਕੋਈ ਬੇਈਮਾਨ ਕਰੂਗਾ ਤਾਂ ਉਹ ਇਹਦੇ 'ਚ ਵੀ ਪੈਸੇ ਖਾ ਜਾਊਗਾ। ਚਲੋ ਤੁਸੀਂ ਕਿਹਾ ਵੀ ਜਦੋਂ ਅਸੀਂ ਕਰ ਸੱਤਾ 'ਚ ਆ ਗਏ 10 ਸਾਲ ਤੱਕ ਕੋਈ ਟੈਕਸ ਨਹੀਂ ਲੱਗੇਗਾ। ਟੈਕਸ ਕੋਈ ਦਾ ਮਤਲਬ ਜੋ ਟੈਕਸ ਅੱਜ ਦੀ ਡੇਟ 'ਚ ਹੋਏਗਾ ਉਸ ਤੋਂ ਇੱਕ ਵੀ ਕਿਸੇ ਦਾ ਰੇਟ ਨਹੀਂ ਵਧੇਗਾ। ਹਾਂ ਬਸ ਇਹ ਪੱਕਾ ਹੈ, ਕਿਉਂਕਿ ਅਸੀਂ ਇੰਨੇ ਬਜਟ 'ਚ ਹੀ ਬੜੇ ਆਰਾਮ ਨਾਲ ਕੰਮ ਚਲਾ ਸਕਦੇ ਹਾਂ। ਕਿਉਂਕਿ ਇਹਦੇ ਫਰਕ ਕੀ ਹੋਏਗਾ ਕਿ ਜਿਵੇਂ ਦਿੱਲੀ 'ਚ ਅਸੀਂ ਕੀਤਾ, ਸਿਰਫ ਬੇਈਮਾਨੀ ਵਾਲੀ ਕਮਾਈ ਨੂੰ ਜਿਹੜਾ ਹੈਗਾ ਉਹ ਲੋਕਾਂ ਨੂੰ ਫ੍ਰੀ 'ਚ ਵੰਡਤਾ। ਇੰਨੇ ਲੋਕਾਂ ਨੂੰ 200 ਯੂਨਿਟ ਬਿਜਲੀ ਫ੍ਰੀ ਦੇਣੀ ਔਰ ਇਹ ਸਾਰਾ ਮੁਹੱਲਾ ਕਲੀਨਿਕ ਬਣਾਉਣੇ, ਕੋਈ ਪੈਸੇ ਐਕਸਟਰਾ ਥੋੜ੍ਹਾ ਅਸੀਂ ਮੰਗਵਾਏ ਨੇ। ਚਲੋ ਜਾਨੀ ਕਿ ਤੁਹਾਡੇ ਕੋਲ ਐਸੀਆਂ ਯੋਜਨਾਵਾਂ ਹੈਗੀਆਂ ਨੇ ਜਿਸ ਕਰਕੇ ਇਮਾਨਦਾਰੀ ਨਾਲ ਨੂੰ ਅਮਲ 'ਚ ਲਿਆਂਦਾ ਜਾਵੇ, ਔਰ ਇਹੀ ਕੋਈ ਟੈਕਸ ਨਹੀਂ ਲੱਗੇ। ਹਾਂ, ਕੋਈ ਵੀ ਪਾਰਟੀ ਜਿਹੜੀ ਇਮਾਨਦਾਰੀ ਨਾਲ ਚੱਲੇ ਤਾਂ ਉਹ ਕਰ ਸਕਦੀ ਹੈ। ਇਹ ਕੋਈ ਨਹੀਂ ਕਿ ਪ੍ਰੇਮ ਗਰਗ ਕੋਲ ਕੋਈ ਮੈਜਿਕ ਦੀ ਸਟਿਕ ਹੈ। ਬੇਸਿਕਲੀ ਪ੍ਰੇਮ ਗਰਗ ਕੋਲ ਸਿਰਫ ਇਮਾਨਦਾਰੀ ਹੈ। मैंने अपनी लाइफ 'ਚ ਕਦੇ ਬੇਈਮਾਨੀ ਨਹੀਂ ਕੀਤੀ ਤੇ ਨਾ ਬੇਈਮਾਨੀ ਦਾ ਕੋਈ ਆਪਣਾ। ਚਲੋ ਇਮਾਨਦਾਰੀ ਨਾਲ ਤੁਸੀਂ ਇਹ ਕਰੋਗੇ। ਹੁਣ ਜਿਹੜੇ 2 ਮੁੱਖ ਮੁੱਦੇ ਰਹਿ ਗਏ, ਪਾਣੀ ਦਾ ਤੁਸੀਂ ਕਹਿਤਾ, ਜਿਹੜਾ
ਡੰਪਿੰਗ ਗਰਾਊਂਡ ਹੈ, ਇਹਦਾ ਕੀ ਹੱਲ ਕੱਢੋ? ਇਹਦੇ ਪ੍ਰਤੀ ਤੁਹਾਡੀ ਕੋਲੇ ਕੋਈ ਯੋਜਨਾ ਹੈ? ਕਿਉਂਕਿ ਬਹੁਤ ਵੱਡਾ ਮੁੱਦਾ। ਸਭ ਤੋਂ ਵੱਡਾ ਤਾਂ ਦੇਖੋ ਡੰਪਿੰਗ ਗਰਾਊਂਡ ਤੇ ਸਭ ਤੋਂ ਵੱਡੀ ਮੈਨੂੰ ਬਹੁਤ ਵੱਡੀ ਇਰੀਟੇਸ਼ਨ ਹੁੰਦੀ ਹੈ ਕਿ ਇਸੇ ਡੰਪਿੰਗ ਗਰਾਊਂਡ ਤੋਂ ਕਰੋੜਾਂ ਰੁਪਏ ਦੀ ਇਨਕਮ ਹੋ ਸਕਦੀ ਹੈ। ਅੱਛਾ, ਤੁਹਾਡੇ ਕੋਲ ਇਸ ਪ੍ਰਤੀ ਵੀ ਯੋਜਨਾ ਹੈਗੀ? ਡੰਪਿੰਗ ਗਰਾਊਂਡ ਤੋਂ ਮੈਂ ਤੁਹਾਨੂੰ ਦੱਸਦਾ, ਹੁਣੀ ਜਿਹੜੀ ਜੇਪੀ ਕੰਪਨੀ ਸੀਗੀ ਉਹ ਕੰਪੋਸਟ 1 ਰੁਪਏ ਕਿਲੋ ਵੇਚ ਰਹੀ ਸੀਗੀ ਜੀ। ਹੁਣ ਤੁਸੀਂ ਜਿਹੜਾ ਜੇ 5 ਲੱਖ ਟਨ ਦਾ ਇਹ ਡੰਪ ਹੈਗਾ ਸੀਗਾ ਜਿਹੜਾ ਕੰਪਨੀ ਨੂੰ 33 ਕਰੋੜ 'ਚ ਦਿੱਤਾ ਹੈ ਜੀ, ਉਹ 5 ਲੱਖ ਟਨ 'ਚੋਂ ਘੱਟੋ ਘੱਟ 3 ਲੱਖ ਟਨ ਤਾਂ ਮਿੱਟੀ ਨਿਕਲੂਗੀ ਨਾ। ਜੀ ਜੀ, ਮਿੱਟੀ ਤਾਂ ਵਿਕ ਰਹੀ ਹੈ। ਹਾਂਜੀ। ਔਰ ਇੱਕ ਉਹ ਬਹੁਤ ਸੋਲਿਡ ਮਿੱਟੀ ਹੈ ਜਿਹੜੀ ਕਿ ਬਾਇਓ ਸੋਇਲ ਜਿਹਨੂੰ ਬੋਲਦੇ ਹਾਂ, ਸਮਝ ਗਿਆ, ਖਾਦ ਵਾਲੀ ਮਿੱਟੀ। ਹਾਂ, ਜਿਹੜੀ ਖੇਤ 'ਚ ਪਏਗੀ 1 ਰੁਪਏ ਕਿਲੋ ਨਾਲ ਵੀ ਵੇਚੋ ਤਾਂ 30 ਕਰੋੜ ਦੀ ਮਿੱਟੀ ਹੋਊਗੀ ਉਹਦੇ 'ਚੋਂ। ਉਹ ਕਿਹਨੇ ਵੇਚੀ ਹੈ, ਕਿੱਥੇ ਗਈ ਮਿੱਟੀ? ਉਹ ਮੈਂ ਇੱਥੇ ਤੋਂ ਲੋਕ ਚੱਕ ਕੇ ਲੈ ਜਾਣਗੇ, ਤੁਸੀਂ ਹਾਂ ਕਰੋ, ਲੋਕ ਇੱਥੋਂ ਹੀ ਚੱਕ ਕੇ ਲੈ ਜਾਣਗੇ ਟਰਾਲੀਆਂ ਭਰ ਕੇ। ਕਹਿਣ ਦਾ ਮਤਲਬ ਵੀ ਇਹ ਅਫਸਰਸ਼ਾਹੀ ਨਹੀਂ ਕਰ ਰਹੀ ਜਾਂ ਜਿਹੜੇ ਸੱਤਾ 'ਚ ਬੈਠੇ ਲੋਕ ਪ੍ਰਤੀਨਿਧ ਉਹ ਨਹੀਂ ਕਰਨ ਦੇ ਰਹੇ? ਇਹ ਨਹੀਂ ਹੈਗਾ ਵਿਜ਼ਨ ਨਹੀਂ ਹੈਗਾ, ਜਾਂ ਫਿਰ ਬੇਈਮਾਨੀ ਹੈ। ਹੁਣ ਜਿਹੜੇ ਠੇਕੇਦਾਰ ਹੈਗੇ 33 ਕਰੋੜ ਤੋਂ ਲੈ ਰਹੇ ਪ੍ਰੋਸੈਸਿੰਗ ਦੇ, ਠੀਕ ਹੈ ਨਾ, ਜਿਹੜੇ 30 ਕਰੋੜ ਦੀ ਮਿੱਟੀ ਵੇਚ ਰਹੇ ਉਹ ਕਿਹਦੇ ਖਾਤੇ 'ਚ ਜਾ ਰਹੀ ਹੈ? ਇਹ ਤਾਂ ਫਿਰ ਮਿਲੀ ਭੁਗਤ ਹੋ ਸਕਦੀ ਹੈ। 30 ਕਰੋੜ ਦਾ ਠੇਕਾ ਹੋਰ ਦੇ ਰਹੇ ਨੇ। ਹਾਂਜੀ ਹਾਂਜੀ, ਉਹ ਚੱਲ ਠੀਕ ਹੈ ਨਾ। ਇਹ ਇਸੇ 'ਚ ਮੈਂ 30 ਕਰੋੜ ਉਹਨੂੰ ਕਹਿੰਦਾ ਵੀ ਠੀਕ ਹੈ ਤੈਨੂੰ ਵੀ ਇਹ ਸਾਰੀ ਖਾਦ ਫ੍ਰੀ ਦਿੱਤੀ। ਜੋ ਜੇਪੀ ਵਾਲਾ ਵੀ ਤਾਂ ਪਹਿਲਾਂ ਫ੍ਰੀ 'ਚ ਕਰ ਰਿਹਾ ਸੀਗਾ ਨਾ ਜੀ। ਜੋ ਜੇਪੀ ਪਲਾਂਟ ਸੀਗਾ ਉਹ ਤਾਂ ਕੋਈ ਪੈਸਾ ਥੋੜਾ ਲੈ ਰਿਹਾ ਸੀਗਾ ਤੁਹਾਡੇ ਕੋਲ, ਸਿਰਫ ਉਹਨੇ ਜਗ੍ਹਾ ਲਈ ਹੋਈ ਸੀਗੀ ਜੀ। ਉਹ ਇੰਨੇ ਸਾਲਾਂ ਤੋਂ ਕਰ ਸੀ, ਉਹ ਫ੍ਰੀ 'ਚ ਕਰ ਰਿਹਾ ਸੀਗਾ। ਉਹ ਬਲਕਿ ਉਹ ਤੁਸੀਂ ਲੈ ਕੇ 82 ਇੰਪਲਾਈ ਤੁਸੀਂ ਆਪਣੇ ਗਲੇ ਪਾ ਲਏ, ਠੀਕ ਹੈ ਨਾ। 60 ਲੱਖ ਰੁਪਏ ਮਹੀਨੇ ਦਾ ਖਰਚਾ ਪਾਲ ਲਿਆ, ਤੇ ਜੋ ਜੇਪੀ ਕਰ ਰਹੇ ਸੀ ਉਸ ਤੋਂ ਅੱਧੀ ਵੀ ਤੁਸੀਂ ਪ੍ਰੋਸੈਸਿੰਗ ਨਹੀਂ ਕਰ ਰਹੇ। ਮੈਂ ਤਾਂ ਇਹਨੂੰ ਕਹਿੰਦੀ, ਜਿਸ ਦਿਨ ਟੇਕ ਓਵਰ ਕੀਤਾ ਮੈਂ ਕਮਿਸ਼ਨਰ ਸਾਹਿਬ ਨੂੰ ਲਿਖਿਆ ਸੀਗਾ ਕਿ ਤੁਸੀਂ 1 ਸਾਲ ਤੱਕ ਇਸੇ ਕਪੈਸਿਟੀ 'ਚ ਚਲਾ ਕੇ ਤਾਂ ਮੇਰਾ ਗੱਲ ਕੱਟ ਦਿਓ। ਜੇ ਤੁਸੀਂ ਕਰ ਚਲਾ ਕੇ ਤਾਂ ਨਹੀਂ ਚੱਲਿਆ ਇਹਨਾਂ ਕੋਲ, 2 ਮਹੀਨੇ ਬਾਅਦ ਫਿਰ ਉਹੀ ਦੁਬਾਰਾ ਫਿਰ ਉਹ ਕੰਪਨੀ ਨੂੰ ਬੁਲਾ ਰਹੇ ਨੇ ਐਕਸਪ੍ਰੈਸ। ਇਹ ਯਾਨੀ ਕਿ ਬਿਨਾਂ ਅੱਗੇ ਦਾ ਸੋਚੇ ਫੈਸਲੇ ਲੈਂਦੇ? ਸੋਚ ਹੈ ਹੀ ਨਹੀਂ ਨਾ। ਨਹੀਂ, ਜਿਹੜੇ ਲੋਕ ਪ੍ਰਤੀਨਿਧ ਨੇ ਕਾਹਦੇ ਵਾਸਤੇ ਨੇ? ਸੋਚ ਹੀ ਨਹੀਂ ਹੈ। ਮੈਂ ਕਿਹਾ ਉਹ ਸੋਚ ਹੀ ਨਹੀਂ, ਲੌਂਗ ਟਰਮ ਪਲੈਨਿੰਗ ਹੀ ਨਹੀਂ ਹੈ। ਉਹ ਤਾਂ ਸਿਰਫ ਅੱਜ ਦੀ ਪ੍ਰੋਬਲਮ ਦੇਖਦੇ ਆ ਕਿ ਯਾਰ ਲੋਕ ਪਬਲਿਕ ਕੀ ਕਹਿ ਰਹੀ ਹੈ, ਬਸ ਉਸ ਤਰ੍ਹਾਂ ਕਰ ਦੋ, ਵੋਟਾਂ ਕਿਵੇਂ ਪੱਕੀਆਂ ਕਰ, ਵੋਟਾਂ ਬਣ ਜਾਣੇ ਆਪਣੀਆਂ ਵੀ ਵੋਟਾਂ ਕਿਵੇਂ ਪੱਕੀਆਂ ਕਰਨੇ। ਹੁਣ ਅੱਗ ਲੱਗੀ ਸੀ ਪਿਛਲੇ ਮਹੀਨੇ, ਅੱਗ ਲੱਗੇ ਉਦੋਂ ਫਟਾਫਟ ਪਾਣੀ ਪਾ, ਟੈਂਕਰ ਉਹ ਮਿੱਟੀ ਪਾ, ਹੋਰ ਕਰਕੇ ਵੀ ਉਹਦਾ ਤੁਸੀਂ ਲੌਂਗ ਟਰਮ ਸੋਲੂਸ਼ਨ ਕੱਢੋ ਨਾ। ਅੱਗ ਲੱਗੇ ਨਾ, ਬਲਕਿ ਉਹ ਤੋਂ ਜਿਹੜੀ ਗੈਸ ਨਿਕਲ ਉਹਨੂੰ ਕਿਸੇ ਤਰ੍ਹਾਂ ਯੂਜ਼ ਕੀਤਾ ਜਾਵੇ। ਯਾਨੀ ਇਹ ਗੱਲ ਹੋਈ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਆ ਗਈ, ਇੱਕੋ ਪ੍ਰੋਗਰਾਮ ਦੇਖੋ ਨਾ ਆਮਿਰ ਖਾਨ ਦਾ, ਉਹ 'ਚ ਵੀ ਕਿਸੇ ਨੇ ਕਿਹਾ ਸੀ, ਕਹਿੰਦਾ ਇਹਦੇ ਉੱਪਰ ਸਾਰੇ ਦੇ ਉੱਪਰ ਉਹ ਸਪਰੇਅ ਕਰ ਦਿਓ ਜਿਹੜਾ ਸੱਤਿਆਮੇਵ ਜਯਤੇ 'ਚ। ਹਾਂ, ਉਹ ਕੀ ਹੁੰਦਾ ਡੀਕੰਪੋਜ਼ਰ। ਹਾਂਜੀ, ਡੀਕੰਪੋਜ਼ਰ ਸਪਰੇਅ ਕਰ ਦਿਓ, ਇਹਦਾ ਬੋਲਣੇ ਵੈਸੇ ਅੱਧਾ ਰਹਿ ਜੂਗਾ, ਨਾਲੇ ਖਾਦ ਬਣ ਜੂਗੀ। ਬਸ ਸਿਰਫ ਕੀ ਇੱਕ ਝਾੜਨਾ ਲਗਾਉਣਾ ਤੁਸੀਂ ਉਹਨੂੰ ਝਾੜਨ ਵਾਸਤੇ, ਹੋਰ ਕੀ ਕਰਨਾ। ਯਾਨੀ ਕਿ ਤੁਹਾਡਾ ਮੰਨਣਾ ਇਹ ਹੈ ਕਿ ਜਿੰਨੀਆਂ ਵੀ ਸੱਤਾਧਾਰੀ ਪਾਰਟੀਆਂ ਆ ਰਹੀਆਂ, ਪਹਿਲਾਂ ਤਾਂ ਉਹ ਇਮਾਨਦਾਰੀ ਨਾਲ ਲੰਬੀ ਸੋਚ ਨਾਲ ਕੰਮ ਨਹੀਂ ਕਰ ਰਹੀਆਂ। ਹਾਂ, ਮੇਨ ਪ੍ਰੋਬਲਮ ਹੈ। ਮੈਂ ਕਿਸੇ ਦੇ ਦੇਖੋ ਕਰਪਸ਼ਨ ਦਾ ਐਲੀਗੇਸ਼ਨ, ਮੈਂ ਆਈ ਬੀ ਲਾਸਟ ਪਰਸਨ ਮੈਂ ਕਿਸੇ ਨੂੰ ਕਹਾਂ ਕਿ ਮੇਅਰ ਕਰਪਟ ਹੈ ਜਾਂ ਇਹ ਕਰਪਟ ਹੈ, ਕੋਈ ਮੇਰੇ ਮੁਤਾਬਕ ਕੋਈ ਕਰਪਟ ਨਹੀਂ ਹੈ। ਸਿਰਫ ਇੱਕ ਸਮਝ ਦੀ ਗੱਲ ਹੈ, ਇੱਕ ਪਬਲਿਕ ਪੈਸੇ ਨੂੰ ਵੇਸਟ ਕਰਨ ਦੀ ਗੱਲ ਹੈ। ਮੈਂ ਹਮੇਸ਼ਾ ਮੇਰਾ ਇਹ ਮੰਨਣਾ ਹੈ ਜਿਹੜਾ ਤੁਹਾਡਾ ਟੈਕਸ ਮਨੀ ਹੈ ਨਾ, ਉਹ ਇੱਕ ਮੰਦਰ ਦੇ ਪੈਸੇ ਦੀ ਤਰ੍ਹਾਂ ਹੈ। ਜੇ ਤੁਸੀਂ ਉਹਨੂੰ ਖਰਾਬ ਕਰਿਆ ਤਾਂ ਤੁਹਾਨੂੰ ਪਾਪ ਲੱਗ ਰਿਹਾ। ਬਸ ਇਹ ਜਿਸ ਦਿਨ ਇਹ ਸਮਝ ਆ ਜਾਏਗੀ ਨਾ, ਉਹਦੇ ਤੁਸੀਂ ਹੁਣ ਮੰਦਰ ਅਸੀਂ ਚਲਾਉਂਦੇ ਹਾਂ, ਸਾਰੇ ਲੋਕ ਚਲਾਉਂਦੇ ਆ ਮੰਦਿਰਾਂ 'ਚ, ਕਿੰਨੇ ਕੁ ਬੇਈਮਾਨ ਹੁੰਦੇ ਹੋ ਸਕਦਾ 2-4% ਹੁੰਦੇ ਹੋ, ਲੇਕਿਨ ਮੰਦਰ ਦੇ ਪੈਸੇ ਆਪਾਂ ਇੱਕ ਪਵਿੱਤਰ ਪੈਸਾ, ਇਸ ਤਰ੍ਹਾਂ ਟੈਕਸ ਪੇਅਰ ਦਾ ਪੈਸਾ ਜਿਹੜਾ ਪਵਿੱਤਰ ਜੇ ਹੋ ਜਾਏ ਨਾ, ਯਾਨੀ ਜਿਹੜਾ ਟੈਕਸ ਅਦਾ ਹੋਇਆ ਹੈ, ਕਰ ਲੋਕ ਅਦਾ ਕਰਦੇ ਆ, ਉਹ ਪਵਿੱਤਰ ਚੀਜ਼ ਹੈ, ਉਹ ਦਾਨ ਹੈ, ਪਵਿੱਤਰ ਚੀਜ਼ ਹੈ। ਉਹਨੂੰ ਤੁਸੀਂ ਪਵਿੱਤਰ ਚੀਜ਼ ਉਸ ਹਿਸਾਬ ਨਾਲ ਇਸਤੇਮਾਲ ਕਰਨਾ। ਹੁਣ ਤੁਸੀਂ ਇਹ ਸਮਝੋ ਗੁਰਦੁਆਰੇ ਦਾ ਫੰਡ ਹੈ, ਮੰਦਰ ਦਾ ਫੰਡ ਹੈ, ਇਹਨੂੰ ਤੁਸੀਂ ਬਿਲਕੁਲ ਇੱਕ ਪੈਸਾ ਗਿਣ ਕੇ ਕਰੋ, ਬਣੀਆਂ ਵਾਲੀ ਬੁੱਧੀ ਨਾਲ ਕਰੋ। ਚਲੋ, ਤੁਹਾਡੀਆਂ ਸਾਰੀਆਂ ਗੱਲਾਂ 'ਚੋਂ ਇੱਕ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੇ ਆਮ ਆਦਮੀ ਪਾਰਟੀ ਸੱਤਾ 'ਚ ਆ ਜਾਂਦੀ ਹੈ ਕਾਰਪੋਰੇਸ਼ਨ ਦੇ ਵਿੱਚ, ਉਹ ਇਹੋ ਜਿਹੀਆਂ ਵਧੀਆ ਯੋਜਨਾਵਾਂ ਲੈ ਕੇ ਆਊਗੀ, ਪਹਿਲੀ ਕਰ ਉਹਨੂੰ ਕਰ ਨਹੀਂ ਲਾਉਣ ਦੇਗੀ ਕੋਈ। ਫਿਰ ਜਿੰਨੇ ਵੀ ਗੱਲ ਸੁਣੋ ਤੁਸੀਂ, ਜਿੰਨੀਆਂ ਵੀ ਚੀਜ਼ਾਂ ਨੇ, ਮੰਨ ਲਓ ਜਿਵੇਂ ਆਪਾਂ ਡੰਪਿੰਗ ਗਰਾਊਂਡ ਦੀ ਗੱਲ ਕਰਦੇ ਹਾਂ, ਪਾਣੀ ਦੀ ਗੱਲ ਕਰਦੇ ਹਾਂ, ਬਿਜਲੀ ਦੀ ਗੱਲ ਕਰਦੇ ਹਾਂ, ਖਾਣੇ ਦੀ ਗੱਲ ਕਰਦੇ ਹਾਂ, ਉਹ ਸਭ ਇਸ ਤਰ੍ਹਾਂ 5 ਚੀਜ਼ਾਂ ਤੁਹਾਨੂੰ ਫ੍ਰੀ ਮਿਲਣੀਆਂ ਚਾਹੀਦੀਆਂ। 5 ਚੀਜ਼ਾਂ ਤੁਹਾਨੂੰ ਵਧੀਆ ਢੰਗ ਨਾਲ ਫ੍ਰੀ ਮਿਲ ਜਾਣਗੀਆਂ। ਵਧੀਆ ਔਰ ਫ੍ਰੀ ਫਰਕ ਹੈ, ਵਧੀਆ ਔਰ ਫ੍ਰੀ। ਵਧੀਆ ਔਰ ਫ੍ਰੀ, ਹਾਂ। ਕਿ ਮੈਡੀਕਲ ਹੈ, ਜਿਵੇਂ ਮੈਨੂੰ ਇੱਕ ਚੀਜ਼ ਦੱਸੋ, ਮੇਰੇ ਕੋਲ ਇੱਕ ਪਿੱਛੇ ਆਇਆ ਬੰਦਾ, ਉਹਦੇ ਕੋਲ ਉਹ ਕਿਹੜਾ ਪ੍ਰਧਾਨ ਮੰਤਰੀ ਕਾਰਡ ਹੈ, ਆਯੂਸ਼ ਕਾਰਡ, ਉਹ ਨਹੀਂ ਹੈਗਾ। ਹੁਣ ਉਹਨੂੰ ਕੀ ਫ੍ਰੀ ਇਲਾਜ ਨਹੀਂ ਮਿਲਣਾ ਚਾਹੁੰਦਾ? ਮੋਚੀ ਹੈ, ਉਹ ਰੋਡ 'ਤੇ ਖੜ ਕੇ ਉਹਦੇ ਪਿੱਛੇ ਪੈਰ 'ਚ ਕੈਂਸਰ ਹੋ ਗਿਆ, ਮੇਰੇ ਕੋਲ ਹੈ। ਮੈਂ ਕਿਹਾ ਠੀਕ ਹੈ, ਤੈਨੂੰ ਇਕੱਠੇ ਕਰਵਾਉਂਦੇ ਪੈਸੇ। ਹੁਣ ਇਹ ਸਰਕਾਰ ਦੀ, ਸਮਾਜ ਦੀ, ਉਹ ਜੇ ਕਿਸੇ ਕੋਲ ਬੱਚੇ ਕੋਲ ਕਾਰਡ ਨਹੀਂ, ਕਿਸੇ ਕੋਲ ਆਧਾਰ ਕਾਰਡ ਨਹੀਂ ਹੈ, ਕਿਸੇ ਕੋਲ ਪੈਨ ਕਾਰਡ ਨਹੀਂ, ਇਹਦਾ ਮਤਲਬ ਉਹਨੂੰ ਇਲਾਜ ਨਹੀਂ ਮਿਲੂਗਾ। ਤੁਸੀਂ ਸਭ ਨੂੰ ਕਹੋ ਯਾਰ ਸਭ ਨੂੰ ਫ੍ਰੀ ਕਰੋ। ਦਿੱਲੀ 'ਚ ਅਸੀਂ ਤਾਂ ਕੋਈ ਵੀ ਆ ਜਾਏ, ਈਵਨ ਦਿੱਲੀ 'ਚ ਕੋਈ ਆਏ ਵੀ ਹੋਏ ਨਾ, ਉਹਦੇ ਵੈਕਸੀਨ ਸਾਰਾ ਫ੍ਰੀ, ਚਾਹੇ ਉਹ ਜਿੱਥੇ ਮਰਜ਼ੀ ਜਾਵੇ ਉਹਨੂੰ ਫ੍ਰੀ ਮਿਲੇਗਾ। ਚਲੋ ਸਿਸਟਮ ਸ਼ੁੱਡ ਬੀ ਕਿ ਜਿਹੜਾ ਸਾਡੇ ਹਸਪੀਟਲ ਐਂਟਰ ਕਰ ਗਿਆ ਨਾ, ਬਸ ਉਹਦੀ ਜ਼ਿੰਮੇਵਾਰੀ ਸਾਡੀ ਹੋਊਗੀ। ਕਾਰਪੋਰੇਸ਼ਨ ਕੋਲੇ ਹਸਪੀਟਲ ਕਿੰਨੇ ਪਤਾ ਤੁਹਾਨੂੰ?
कारपोरेशन ਕੋਲ ਤਾਂ ਕਹਿੰਦੇ ਮੈਂ ਆਈ ਐਮ ਨੋਟ ਟਾਕਿੰਗ ਆਫ ਦ ਕਾਰਪੋਰੇਸ਼ਨ ਤੁਸੀਂ ਨਾ ਕਨਫਿਊਜ਼ਨ ਹਮਾਰੇ ਉਹੀ ਹੋ ਜਾਂਦਾ ਮੈਂ ਸਰਕਾਰ ਦੀ ਗੱਲ ਕਰਦਾ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰਦਾ ਉਹਦੇ ਕਾਰਪੋਰੇਸ਼ਨ ਆ ਗਈ ਤੁਹਾਡੇ ਕੋਲ ਸੱਤਾ ਤਾਂ ਕਾਰਪੋਰੇਸ਼ਨ ਦੀ ਆਉਣੀ ਹੈ ਨਾ ਇਸ ਤਰ੍ਹਾਂ ਮੈਂ ਇੱਥੇ ਬਿਨਾਂ ਕਿਸੇ ਸੱਤਾ ਤੋਂ ਵੀ ਜਿਹੜਾ ਕੰਮ ਚਲੋ ਵਧੀਆ ਗੱਲ ਚਲੋ ਕਹਿਣ ਦਾ ਮਤਲਬ ਜੋ ਵੀ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਹੋਏਗਾ ਉਹ ਤੁਸੀਂ ਅਸੀਂ ਦੇਖੋ ਜੇ ਕਾਰਪੋਰੇਸ਼ਨ ਹੋਵੇ ਤਾਂ ਸਾਡਾ ਥੋੜਾ ਬਹੁਤ ਉਹਦੇ ਤੇ ਵੀ ਸੁਣਵਾਈ ਹੋਊਗੀ ਨਾ ਐਡਮਿਨਿਸਟ੍ਰੇਸ਼ਨ 'ਚ ਵੀ ਜੇ ਮੈਂ ਹੁਣ ਕਾਰਪੋਰੇਸ਼ਨ ਜਾਏਗਾ ਤਾਂ ਮੇਰੀ ਸੁਣਵਾਈ ਉਹਦੇ 'ਚ ਹੀ ਤਾਂ ਹੋਏਗੀ ਨਾ ਐਡਮਿਨਿਸਟ੍ਰੇਸ਼ਨ ਅਸੀਂ ਉਹਨਾਂ ਨੂੰ ਸਮਝਾ ਸਕਦੇ ਨਾ ਕੱਲ੍ਹ ਐਡਵਾਈਜ਼ਰ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਸਮਝਾ ਸਕਦੇ ਵੀ ਤੁਸੀਂ ਇਹ ਨਹੀਂ ਜੀ ਇਸ ਤਰ੍ਹਾਂ ਕਰ ਲਓ ਠੀਕ ਹੈ ਯਾਨੀ ਗਵਰਨਰ ਸਾਹਿਬ ਨਾਲ ਐਡਵਾਈਜ਼ਰ ਸਾਹਿਬ ਨਾਲ ਸਾਰੇ ਇੱਥੇ ਬੈਠੇ ਤੁਸੀਂ ਦੱਸ ਸਕਦੇ ਕਿ ਆਹ ਚੀਜ਼ ਹੈ ਕਿ ਦੇਖੋ ਜਿਹੜੀ ਕੋਈ ਸਿਆਣੀ ਗੱਲ ਹੋਊਗੀ ਉਹ ਤਾਂ ਸਾਰੇ ਸਮਝਣਗੇ ਹੁਣ ਜਿਵੇਂ ਕੱਲ੍ਹ ਆਏ ਸੀ ਮਹਾਲੀ 'ਚ 32 ਵੈਂਟੀਲੇਟਰ ਉਹ ਮੈਡੀਕਲ ਕਾਲਜ ਦੀ ਬਿਲਡਿੰਗ ਬਣੀ ਵੀ ਨਹੀਂ ਹੈਗੀ 32 ਵੈਂਟੀਲੇਟਰ ਉੱਥੇ ਭੇਜਤੇ PM ਕੇਅਰ ਫੰਡ 'ਚੋਂ ਉਹ ਉੱਥੇ ਉਹਦੇ 'ਤੇ ਧੂਲ ਚੱਟ ਰਹੇ ਨੇ ਇੱਥੇ ਇੱਕ ਵੈਂਟੀਲੇਟਰ ਦੀ ਮਾਰ ਪਈ ਹੋਈ ਹੈ ਚੰਡੀਗੜ੍ਹ 'ਚ ਮੈਂ ਐਡਵਾਈਜ਼ਰ ਸਾਹਿਬ ਨੂੰ ਕੱਲ੍ਹ ਲਿਖਿਆ ਸੀ ਮੈਂ ਕਿਹਾ ਤੁਸੀਂ ਉਹਨੂੰ ਕਹੋ ਕਿ ਸਾਨੂੰ ਇੱਥੇ ਦਿਓ ਵੈਂਟੀਲੇਟਰ ਚਾਹੇ ਉਧਾਰ 'ਤੇ ਦੇ ਦਿਓ 6 ਮਹੀਨੇ ਵਾਪਸ ਲੈ ਲਿਓ ਉੱਥੇ ਕੀ ਚੱਟ ਰਹੇ ਨੇ ਉਹ ਮਿੱਟੀ ਚੱਟ ਰਹੇ ਪਟਿਆਲੇ 50 ਵੈਂਟੀਲੇਟਰ ਪਏ ਮੁਕਤਸਰ 12 ਵੈਂਟੀਲੇਟਰ ਪਏ ਨੇ ਖਾਲੀ ਅਨਪੈਕਡ ਪਏ ਨੇ ਖੁੱਲ੍ਹੇ ਵੀ ਨਹੀਂ ਤੁਸੀਂ ਉਹਨੂੰ ਖੋਲ੍ਹ ਲਓ ਯੂਜ਼ ਕਰ ਲਓ ਆਫਟਰ ਪਬਲਿਕ ਦੇ ਚਾਹੇ ਉਹ ਪੰਜਾਬ ਦੀ ਪਬਲਿਕ ਯੂਜ਼ ਕਰ ਰਹੀ ਹੈ ਇੱਥੇ ਚੰਡੀਗੜ੍ਹ 'ਚ ਤਾਂ ਪੰਜਾਬ ਦੀ ਪਬਲਿਕ ਹੈ ਨਾ ਬਿਮਾਰ ਹੋ ਰਹੀ ਹੈ ਜਿਹੜੀ ਅਤੇ ਤੁਸੀਂ ਵੈਂਟੀਲੇਟਰ ਪੰਜਾਬ ਵਾਲਿਆਂ ਨੇ ਕੀ ਸਿਰ ਮਾਰਨੇ ਤੁਸੀਂ ਸਾਨੂੰ ਦੇ ਦਿਓ ਸੋਚਣ ਦੀ ਗੱਲ ਹੈ ਇਹ ਸਨ ਸ਼੍ਰੀ ਪ੍ਰੇਮ ਗਰਗ ਜੀ ਜਿਹੜੇ ਯੋਜਨਾਬੰਦ ਸ਼ਹਿਰ ਨੂੰ ਯੋਜਨਾਬੰਦ ਨਵੀਆਂ ਯੋਜਨਾਵਾਂ ਨਾਲ ਚਲਾਉਣਗੇ ਜਿਸ ਕਰਕੇ ਉਹ ਕਾਰਪੋਰੇਸ਼ਨ ਦੀ ਸੱਤਾ 'ਤੇ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਾ ਲਾਉਣ ਦਾ ਦਾਅਵਾ ਕਰਦੇ ਅਤੇ ਡੰਪਿੰਗ ਗਰਾਊਂਡ ਹਾਊਸਿੰਗ ਬੋਰਡ ਪਾਣੀ ਬਿਜਲੀ ਖਾਣ ਤੱਕ ਦੀਆਂ ਚੀਜ਼ਾਂ ਆਮ ਆਦਮੀ ਵਾਸਤੇ ਫ੍ਰੀ ਦੇਣ ਦਾ ਵੀ ਦਾਅਵਾ ਕਰਦੇ ਨੇ ਬੜੇ ਵੱਡੇ ਦਾਅਵੇ ਕਰ ਰਹੇ ਨੇ ਬਾਕੀ ਦੇਖਦੇ ਹੈ ਚੋਣਾਂ ਦੇ ਵਿੱਚ ਇਹ ਕਿਸ ਤਰ੍ਹਾਂ ਉਤਰਦੇ ਨੇ ਪਰ ਚੋਣਾਂ ਵਰਤੀ ਇਹਨਾਂ ਦਾ ਇੱਕ ਹੋਰ ਵੀ ਨਜ਼ਰੀਆ ਹੈ ਕਿ ਜੇ ਕੋਵਿਡ ਦੇ ਹਾਲਾਤ ਇਸ ਤਰ੍ਹਾਂ ਹੀ ਰਹਿੰਦੇ ਆ ਤਾਂ ਹੋ ਸਕਦਾ ਇਹ ਮੰਨਦੇ ਨਹੀਂ ਕਿ ਉਸ ਸਮੇਂ 'ਚ ਚੋਣ ਹੋਣੀ ਚਾਹੀਦੀ ਹੈ ਚੋਣਾਂ ਹੋਣੀਆਂ ਚਾਹੀਦੀਆਂ ਉਹ ਇਲੈਕਸ਼ਨ ਤੋਂ ਬਾਈਕਾਟ ਵੀ ਕਰ ਸਕਦੇ ਨੇ ਆਉਣ ਵਾਲੇ ਸਮੇਂ 'ਚ ਕੀ ਨਿਕਲਦਾ ਉਦੋਂ ਦੇਖਾਂਗੇ ਦੇਖਦੇ ਰਹੋ ਲਗਾਤਾਰ ਸਕਾਈ ਨਿਊਜ਼ ਪੰਜਾਬ